ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗਾਦਿ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਗਿਆਨ ਧਿਆਨ ਕਿਛ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੈ ਸਾਹ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸੋ। ਵਾਹਿਗੁਰੂ ਜੀ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਰਾਗ ਆਸਾ ਮਹੱਲਾ ਪਹਿਲਾ। ਘਰ ਪਹਿਲਾ ਸੋ ਦਰ ਤੇਰਾ ਕੇਹਾ ਸੋ ਘਰ ਕੇਹਾ। ਜਿਤ ਬਹਿ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ। ਕੇਤੇ ਤੇਰੇ ਵਾਵਣ ਹਾਰੇ ਸੋ ਦਰ ਤੇਰਾ ਕੇਹਾ ਸੋ ਘਰ ਕੇਹਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਗਤ ਜੀ 346 ਅੰਗ ਤੇ ਗੌੜੀ ਰਾਗ ਦੀ ਸਮਾਪਤੀ ਤੋਂ ਬਾਅਦ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰ ਰਹੇ ਨੇ 347 ਅੰਗ ਤੇ ਆਸਾ ਰਾਗ। ਸੋ ਸਤਿਗੁਰੂ ਮਹਾਰਾਜ ਕਿਰਪਾ ਕਰ ਰਹੇ ਨੇ। ਪਹਿਲਾਂ ਮਹਾ ਮੰਤਰ ਦੀ ਦਾਤ ਬਖਸ਼ਿਸ਼ ਕਰਦੇ ਨੇ ਗੁਰੂ ਨਾਨਕ ਦੇਵ ਜੀ। ਇੱਕ ਓੰਕਾਰ ਓੰਕਾਰ ਜੋ ਕੇਵਲ ਇੱਕੋ ਇੱਕ ਹੈ। ਸਤਿਨਾਮ ਜਿਸ ਪਰਮੇਸ਼ਰ ਦਾ ਨਾਮ ਤਿੰਨਾਂ ਕਾਲਾਂ ਵਿੱਚ ਸਤ ਹੈ। ਕਰਤਾ ਪੁਰਖ ਕਰਤਾ ਹੈ ਜੋ ਸਾਰੀ ਸ੍ਰਿਸ਼ਟੀ ਦਾ ਪੁਰਖ ਪੂਰਨ ਰੂਪ ਵਿੱਚ ਵਿਆਪਕ ਹੈ। ਨਿਰਭਉ ਨਿਰਵੈਰ ਭੈ ਤੋਂ ਰਹਿਤ ਹੈ ਵਾਹਿਗੁਰੂ। ਨਿਰਵੈਰ ਵੈਰ ਤੋਂ ਰਹਿਤ ਹੈ। ਅਕਾਲ ਮੂਰਤ ਕਾਲ ਤੋਂ ਰਹਿਤ ਜਿਹਦੀ ਹਸਤੀ ਹੈ। ਸੋ ਅਚਲ ਮੂਰਤ ਉਦਾਰ ਮੂਰਤ ਅਕਾਲ ਮੂਰਤ ਐਸੇ ਬਚਨ ਮਹਾਰਾਜ ਨੇ ਵਰਤੇ ਹਨ ਅਕਾਲ ਪੁਰਖੀ ਲਈ। ਅਜੂਨੀ ਜੋ ਜੂਨਾਂ ਦੇ ਵਿੱਚ ਨਹੀਂ ਆਉਂਦਾ ਵਾਹਿਗੁਰੂ। ਸੈਭੰ ਸੁਤੇ ਸਿੱਧੀ ਪ੍ਰਕਾਸ਼ ਆਪਣੇ ਆਪ ਤੋਂ ਆਪ ਹੀ ਪ੍ਰਕਾਸ਼ਮਾਨ ਹੈ। ਗੁਰ ਪ੍ਰਸਾਦ ਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਜਿਸ ਦੀ ਪ੍ਰਾਪਤੀ ਹੁੰਦੀ ਹੈ। ਸੋ ਇਸ ਪ੍ਰਕਾਰ ਜਿਵੇਂ ਗੁਰ ਪ੍ਰਸਾਦ ਤੱਕ ਇੱਥੇ ਉਚਾਰਿਆ ਇਸ ਤੋਂ ਅੱਗੇ ਫਿਰ ਨਾਲ ਸ਼ਬਦ ਉਚਾਰਿਆ। ਇਹ ਅਸੂਲ ਹੈ। ਜੇ ਜਪਜੀ ਸਾਹਿਬ ਦੇ ਸ਼ੁਰੂ ਵਿੱਚ ਗੁਰ ਪ੍ਰਸਾਦ ਤੱਕ ਉਚਾਰਿਆ ਤਾਂ ਅੱਗੇ ਫਿਰ ਜਾਪਾਤ ਸੱਚ ਜੁਗਾ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਏਕਾ ਲਾ ਦਿੱਤਾ। ਇੱਥੇ ਬਈ ਏਕੇ ਤੇ ਸਮਾਪਤੀ ਹੈ। ਇਉਂ ਮੂਲ ਮੰਤਰ ਹੈ ਮੁੱਢ ਦੇ ਵਿੱਚ। ਮੂਲ ਦਾ ਮਤਲਬ ਮੁੱਢ ਮੰਤਰ। ਇੱਥੇ ਜਿਹੜਾ ਮਹਾ ਮੰਤਰ ਉਚਾਰਿਆ ਗੁਰ ਪ੍ਰਸਾਦ ਤੱਕ। ਕਈ ਵੀਰ ਕਹਿੰਦੇ ਗੁਰ ਪ੍ਰਸਾਦ ਤੱਕ ਪੜ੍ਹਨਾ ਚਾਹੀਦਾ। ਅੱਗੇ ਏਕਾ ਨਾ ਲੱਗਣ ਕਰਕੇ ਫਿਰ ਨਾਲ ਸਾਰਾ ਸ਼ਬਦ ਵੀ ਪੜ੍ਹੋ। ਕੋਈ ਨਾ ਕੋਈ ਫਿਰ ਸ਼ਬਦ ਪੜ੍ਹਨਾ ਚਾਹੀਦਾ ਨਾਲ ਤਾਂ ਤੁਹਾਡਾ ਮੂਲ ਮੰਤਰ ਉੱਥੇ ਸੰਪੂਰਨ ਹੋਣਾ ਜਿੱਥੇ ਜਾ ਕੇ ਏਕਾ ਲੱਗਣਾ। ਸੋ ਇਸ ਕਰਕੇ ਗਲਤ ਫਹਿਮੀ ਛੱਡ ਦਿਓ। ਨਾਨਕ ਹੋਸੀ ਵੀ ਸੱਚ ਤੱਕ ਦੇ ਏਕੇ ਤੱਕ ਹੀ ਸੰਪੂਰਨ ਮੂਲ ਮੰਤਰ ਬਖਸ਼ਿਸ਼ ਕੀਤਾ। ਰਾਗ ਆਸਾ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਆਸਾ ਰਾਗ ਦੇ ਵਿੱਚ ਹੁਣ ਬਖਸ਼ਿਸ਼ ਕਰ ਰਹੇ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ। ਘਰ ਪਹਿਲਾ ਪਹਿਲੇ ਘਰ ਸੁਰਤਾਰ 'ਚ ਗਾਉਣ ਲਈ ਰਾਗੀ ਸਿੰਘਾਂ ਨੂੰ ਹੁਕਮ ਕਰਦੇ ਹਨ। ਸੋ ਦਰ ਸੋ
ਉਹ ਦਰ ਅਕਾਲ ਪੁਰਖ ਦਾ ਦਰ। ਸੋ ਇਸ ਪ੍ਰਕਾਰ ਇਹ ਆਸਾ ਰਾਗ ਦੇ ਵਿੱਚ ਤੀਸਰੀ ਥਾਂ ਆਪਾਂ ਸੋਦਰ ਸਾਹਿਬ ਦੇ ਦਰਸ਼ਨ ਕਰ ਰਹੇ ਹਾਂ ਬਾਣੀ ਦੇ। ਜਿਸ ਵੇਲੇ ਗੁਰੂ ਸਾਹਿਬ ਜੀ ਸੁਮੇਰ ਪਰਬਤ ਤੋਂ ਸਿੱਧਾ ਨਾਲ ਚਰਚਾ ਕਰਕੇ ਕਾਗ, ਪਸੁੰਡ, ਦੱਤਾਤਰੇय, ਪ੍ਰਹਿਲਾਦ, ਧਰੂ ਭਗਤ ਆਦਿਕਾਂ ਨਾਲ ਬਚਨ ਵਿਲਾਸ ਕਰਦੇ ਹੋਏ ਸੱਚਖੰਡ ਵਿਖੇ ਪਹੁੰਚ ਕੇ ਅਕਾਲ ਪੁਰਖ ਪਾਸ ਨਮਸਕਾਰ ਕਰਕੇ ਬੈਠ ਗਏ। ਇਹ ਕਥਾ ਆਪਾਂ ਗੁਰੂ ਨਾਨਕ ਸੋ ਪ੍ਰਕਾਸ਼ ਦੇ ਵਿੱਚ 120 ਘੰਟੇ ਦੀ ਜਿਹੜੀ ਕਥਾ ਕੀਤੀ ਆ ਉਹ 'ਚ ਪ੍ਰਸੰਗ ਆਏ ਹੋਏ ਨੇ ਸਾਰੇ। ਤਾਂ ਅਕਾਲ ਪੁਰਖ ਨੇ ਬਚਨ ਕੀਤਾ, ਸਾਡਾ ਦਰਵਾਜ਼ਾ ਅਤੇ ਘਰ ਤੁਸੀਂ ਕਿਹੜਾ ਨਿਸ਼ਚੈ ਕੀਤਾ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਵੇਲੇ ਅੰਮ੍ਰਿਤ ਵੇਲਾ ਵਿਚਾਰ ਕੇ ਆਸਾ ਰਾਗ ਵਿੱਚ ਸੋਦਰ ਦਾ ਸ਼ਬਦ ਉਚਾਰਿਆ, ਕਿਉਂਕਿ ਆਸਾ ਰਾਗ ਦੇ ਗਾਇਨ ਦਾ ਸਮਾਂ ਅੰਮ੍ਰਿਤ ਵੇਲਾ ਹੈ। ਦੂਸਰਾ ਬਚਨ ਇਹ ਆਉਂਦਾ ਹੈ, ਇਹ ਸ਼ਬਦ ਸੋ ਉਸ ਵਕਤ ਉਚਾਰਨ ਕੀਤਾ ਜਦੋਂ ਸੋ ਬੇਬੇ ਨਾਨਕੀ ਜੀ ਨੇ ਬਚਨ ਕੀਤਾ ਸੀ, ਵੀਰ ਜੀ ਉਹ ਅਕਾਲ ਪੁਰਖ ਦਾ ਦਰ ਕਿਹੜਾ, ਕੈਸਾ ਨਿਸ਼ਚੈ ਕੀਤਾ ਹੈ ਤੁਸੀਂ। ਉਦੋਂ ਬੇਬੇ ਜੀ ਨੂੰ ਵੀ ਇਹੀ ਸ਼ਬਦ ਸੋਦਰ ਸੋ ਆਸਾ ਰਾਗ ਦਾ ਸੁਣਾਇਆ ਸੀ। ਸੋ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਹਨ, ਸੋ ਦਰ ਤੇਰਾ ਕੇਹਾ ਸੋ ਘਰ ਕੇਹਾ ਜੇ ਤੋ ਬਹਿ ਸਰਬ ਸੰਭਾਲੇ। ਇਹ ਜਿਹੜੇ ਤਿੰਨ ਫਰਕ ਸੋਦਰ ਦੇ ਆਪਾਂ ਸੰਥਿਆ 'ਚ ਦੱਸੇ ਨੇ, ਇੱਥੇ ਮੰਮੇ ਦੇ ਥੱਲੇ ਹਲੰਤ ਲਾਈ ਆ ਭਾਰਾ ਕਰਕੇ, ਹਾਹੇ ਦਾ ਅੱਧਾ ਹਿੱਸਾ ਅੱਧਾ ਹਾਹ ਲਾ ਕੇ ਇਹਨੂੰ ਸੰਭਾਲੇ ਪਾਠ ਕਰਨਾ। ਕਹਿੰਦੇ ਹੇ ਵਾਹਿਗੁਰੂ ਉਹ ਆਪ ਜੀ ਦਾ ਦਰਵਾਜ਼ਾ ਕਿਹੜਾ ਕਹੀਏ ਅਤੇ ਸੋ ਆਪ ਜੀ ਦਾ ਉਹ ਦਰ ਕਿਹੜਾ ਕਹੀਏ। ਸੋ ਜਿਸ ਪ੍ਰਕਾਰ ਕਹਿੰਦੇ ਨੇ ਭਾਵ ਸਾਰੇ ਹੀ ਆਪ ਜੀ ਦੇ ਦਰਵਾਜ਼ੇ ਹਨ ਅਤੇ ਸਾਰੇ ਹੀ ਆਪ ਜੀ ਦੇ ਘਰ ਹਨ। ਅਕਾਲ ਪੁਰਖ ਵਾਹਿਗੁਰੂ ਜੀ ਨੇ ਬਚਨ ਕੀਤਾ ਕਿ ਆਪ ਨੇ ਸਿੱਖਾਂ ਨੂੰ ਸਮਝਾਉਣ ਵਾਸਤੇ ਕੀ ਨਿਸ਼ਚੈ ਕੀਤਾ ਹੋਇਆ ਹੈ। ਸੋ ਗੁਰੂ ਮਹਾਰਾਜ ਨੇ ਉੱਤਰ ਦਿੱਤਾ, ਸੋ ਆਪ ਜੀ ਦਾ ਸੰਸਾਰ ਰੂਪੀ ਦਰਵਾਜ਼ਾ ਕਥਨ ਕੀਤਾ ਅਤੇ ਸੋ ਸੱਚਖੰਡ ਰੂਪੀ ਜਿਹੜਾ ਘਰ ਕਿਹਾ, ਜਿੱਥੇ ਬੈਠ ਕੇ ਆਪ ਸਾਰਿਆਂ ਜੀਵਾਂ ਦੀ ਸੰਭਾਲ ਕਰਦੇ ਹੋ, ਸਾਰਿਆਂ ਨੂੰ ਖਾਣਾ ਪੀਣਾ ਦਿੰਦੇ ਹੋ। ਇਉਂ ਜਾਣ ਲੈਣਾ ਜਦੋਂ ਆਪਾਂ ਕਹਿੰਦੇ ਸੋ ਦਰ ਤੇਰਾ ਕਿਹਾ ਸੋ ਘਰ ਕਿਹਾ। ਸੋ ਇਸ ਪ੍ਰਕਾਰ ਇਹ ਗੱਲ ਨੂੰ ਸਮਝ ਲੈਣਾ, ਆਪ ਦਾ ਸੰਸਾਰ ਰੂਪੀ ਦਾ ਦਰਵਾਜ਼ਾ ਹੈ, ਸੱਚਖੰਡ ਰੂਪ ਆਪ ਦਾ ਘਰ ਹੈ। ਜਾਂ ਇਉਂ ਜਾਣ ਲਓ ਵੀ ਸਤਸੰਗਤ ਰੂਪੀ ਦਰਵਾਜ਼ਾ ਕਥਨ ਕੀਤਾ, ਜਿਹੜਾ ਸੰਸਾਰ ਵਿੱਚ ਆਪਾਂ ਸਤਸੰਗਤ ਕਰਦੇ ਹਾਂ ਇਹ ਵਾਹਿਗੁਰੂ ਜੀ ਦਾ ਦਰਵਾਜ਼ਾ ਹੈ। ਅਤੇ ਸੋ ਹੁੰਦਾ ਉਹ ਸਰੂਪ ਰੂਪੀ ਘਰ ਕਿਹਾ ਜਿਹੜਾ ਆਪ ਦਾ ਸਾਧ ਸੰਗਤ। ਜਿਸ ਸਤਸੰਗ ਰੂਪੀ ਦਰਵਾਜ਼ੇ ਤੇ ਬੈਠ ਕੇ ਸਾਰੇ ਜੀਵ ਆਪ ਜੀ ਨੂੰ ਸੰਭਾਲੇ ਤੋਂ ਭਾਵ ਯਾਦ ਕਰਦੇ ਹਨ। ਫਿਰ ਅਕਾਲ ਪੁਰਖ ਜੀ ਨੇ ਬਚਨ ਕੀਤਾ, ਇਹਨਾਂ ਘਰਾਂ ਅਤੇ ਦਰਵਾਜ਼ਿਆਂ ਦੀ ਆਪ ਉਪਮਾ ਕਥਨ ਕਰੋ। ਮਹਾਰਾਜ ਨੇ ਬਚਨ ਕਿਹਾ ਕਿ ਸਰੂਪ ਰੂਪੀ ਘਰ ਤਾਂ ਅਕਹਿ ਹੈ ਤੇ ਸੱਚਖੰਡ ਰੂਪੀ ਘਰ ਅਤੇ ਸੰਸਾਰ ਸਤਸੰਗ ਰੂਪੀ ਦਰਵਾਜ਼ੇ ਦੀ ਉਪਮਾ ਕਥਨ ਕਰਦੇ ਹਾਂ ਜੀ। ਵਾਜੇ ਤੇਰੇ ਨਾਦ ਅਨੇਕ ਅਸੰਖਾ ਕੇਤੇ ਤੇਰੇ ਵਾਵਣ ਹਾਰੇ। ਇਹ ਅਸੰਖਾ ਤੋਂ ਭਾਵ ਬੇਅੰਤ ਰੂਪ ਪਰਮਾਤਮਾ ਵਾਹਿਗੁਰੂ ਜੀ ਆਪ ਜੀ ਦੇ ਦਰਵਾਜ਼ੇ ਤੇ ਅਨੇਕਾਂ ਹੀ ਨਾਦ ਆਦਿਕ ਵੱਜ ਰਹੇ ਨੇ, ਵਾਜੇ ਵੱਜ ਰਹੇ ਨੇ ਅਤੇ ਕਿੰਨੇ ਹੀ ਉਹਨਾਂ ਵਾਜਿਆਂ ਦੇ ਵਾਵਣ ਹਾਰੇ ਹੁੰਦਾ ਵਜਾਉਣ ਵਾਲੇ ਨੇ। ਤੇਰੇ ਦਰ ਦੇ ਉੱਤੇ ਜਿੰਨੇ ਵਾਜੇ ਵੱਜਦੇ ਨੇ ਉਹਨਾਂ ਦਾ ਕੋਈ ਅੰਤ ਨਹੀਂ ਹੈ। ਕੇਤੇ ਤੇਰੇ ਰਾਗ ਪਰੀ ਸਿਉ ਕਹੀ ਹੈ ਕੇਤੇ ਤੇਰੇ ਗਾਵਣ ਹਾਰੇ। ਕਿੰਨੇ ਹੀ ਰਾਗ ਨੇ ਤੇ ਪਰੀ ਹੁੰਦਾ ਰਾਗਣੀਆਂ ਅਤੇ ਸਿਉ ਤੋਂ ਭਾਵ ਪੁੱਤਰਾਂ ਦੇ ਸਹਿਤ ਕਹੇ ਜਾਂਦੇ ਨੇ। ਪ੍ਰਤੱਖ ਵੀ ਤੇਰੇ ਸਤਸੰਗਤ ਰੂਪੀ ਘਰ ਸੰਸਾਰ ਵਿੱਚ ਕਿੰਨੇ ਹੀ ਗੁਰੂ ਘਰ ਨੇ, ਕਿੰਨੇ ਥਾਂ ਸਤਸੰਗਤ ਹੁੰਦੀ ਆ, ਕਿੰਨੇ ਹੀ ਥਾਵਾਂ ਦੇ ਉੱਤੇ ਹੋਰ ਧਾਰਮਿਕ ਪੂਜਾਵਾਂ ਹੁੰਦੀਆਂ ਨੇ। ਤਾਂ ਉੱਥੇ ਫਿਰ ਜੋ ਬਾਜੇ ਵਜਾਉਣ ਵਾਲੇ ਵੀ ਕਿੰਨੇ ਨੇ, ਕੀਰਤਨ ਕਰਨ ਵਾਲੇ ਵੀ ਕਿੰਨੇ ਨੇ, ਇਸ ਤਰ੍ਹਾਂ ਜੋੜੀਆਂ ਢੋਲਕੀਆਂ ਵਜਾਉਣ ਵਾਲੇ ਵੀ ਕਿੰਨੇ ਨੇ, ਢੋਲਕੀਆਂ ਛਿਮਟੇ ਛੈਣੇ ਵਜਾਉਣ ਵਾਲੇ ਵੀ ਕਿੰਨੇ ਨੇ। ਸੱਚਖੰਡ ਦਰਵਾਜ਼ੇ ਤੇ ਸਾਧ ਸੰਗਤ ਦਾ ਕੋਈ ਅੰਤ ਨਹੀਂ ਹੈ। ਸੋ ਕਿਤਨੇ ਹੀ ਰਾਗ ਪਰੀ ਸਿਉ ਭਾਵ ਰਾਗਣੀਆਂ ਦੇ ਸਹਿਤ ਕਹੀਦੇ ਨੇ ਅਤੇ ਕਿਤਨੇ ਹੀ ਉਹਨਾਂ ਰਾਗਾਂ ਦੇ ਗਾਇਨ ਕਰਨ ਵਾਲੇ ਗਵਈਏ ਹਨ, ਅੱਗੇ ਗਾਉਣ ਵਾਲੇ। ਸੋ ਇਸੇ ਪ੍ਰਕਾਰ ਦੇਵਤਿਆਂ ਦੇ ਰਾਗੀ ਹਾਹਾ ਹੂ ਜਿਹੜੇ ਆਦਿਕ ਨੇ ਉਹ ਵੀ ਤੁਹਾਡਾ ਜਸ ਗਾਉਂਦੇ ਹਨ। ਗਾਵਨ ਤੁਧ ਨੋ ਪਾਉਣ ਪਾਣੀ ਬੈ ਸੰਤਰ
ਗਾਵੈ ਰਾਜਾ ਧਰਮ ਦੁਆਰੇ। ਇੱਥੇ ਗਾਵਨ ਦੇ ਨੰਨੇ ਥੱਲੇ ਫੇਰ ਹਲੰਤ ਹੈ, ਭਾਵ ਹਾਹਾ ਦਾ ਗਾਵਨ। ਦੂਜਿਆਂ ਸੋਦਰਾਂ ਵਿੱਚ ਗਾਵਨ ਨਹੀਂ ਲਿਖਿਆ ਹੋਇਆ, ਇੱਥੇ ਗਾਵਨ ਹੈ। ਤੁਧਨੋਂ ਆਪ ਜੀ ਦਾ ਜਸ ਪੌਣ ਪਾਣੀ ਬੈਸੰਤਰ ਹੁੰਦਾ, ਅਗਨ ਦੇਵਤਾ ਸਭ ਗਾਉਂਦੇ ਨੇ। ਧਰਮ ਰਾਜਾ ਵੀ ਦਰਵਾਜ਼ੇ 'ਚ ਖੜਾ ਹੋ ਕੇ ਆਪ ਦੇ ਜਸ ਨੂੰ ਗਾਉਂਦਾ ਹੈ। ਗਾਵਨ ਤੁਧਨੋਂ ਚਿੱਤ ਗੁਪਤ ਲਿਖ ਜਾਣਨ, ਲਿਖ ਲਿਖ ਧਰਮ ਵਿਚਾਰੇ। ਸੋ ਜੀਵਾਂ ਦੇ ਲੇਖੇ ਨੂੰ ਲਿਖ ਜਾਣਨ ਵਾਲੇ ਜੋ ਚਿੱਤਰ ਗੁਪਤ ਹਨ, ਉਹ ਵੀ ਆਪ ਦੇ ਜਸ ਨੂੰ ਗਾਇਨ ਕਰਦੇ ਨੇ। ਜੋ ਧਰਮ ਦੇ ਲੇਖੇ ਨੂੰ ਵਿਚਾਰ ਕੇ ਲਿਖਦੇ ਹਨ। ਗਾਵਨ ਤੁਧਨੋਂ ਈਸ਼ਰ ਬ੍ਰਹਮਾ ਦੇਵੀ, ਸੋਹਣ ਤੇਰੇ ਸਦਾ ਸਵਾਰੇ। ਈਸ਼ਰ ਕਹੀਏ ਸ਼ਿਵ ਜੀ, ਤੇ ਬ੍ਰਹਮਾ ਅਤੇ 96 ਕਰੋੜ ਦੇਵੀਆਂ ਸਭ ਆਪ ਦੇ ਜਸ ਨੂੰ ਗਾਇਨ ਕਰਦੇ ਹਨ। ਤੇਰੇ ਸਵਾਰੇ ਤੋਂ ਭਾਵ ਤੁਹਾਡੇ ਬਣਾਏ ਹੋਏ ਸਦਾ ਹੀ ਸ਼ੋਭਨੀਕ ਹੋ ਰਹੇ ਨੇ। ਗਾਵਨ ਤੁਧਨੋਂ ਇੰਦਰਾਸਣ ਬੈਠੇ, ਦੇਵਤਿਆਂ ਦਰ ਨਾਲੇ। ਦੇਵਤਿਆਂ ਦਾ ਰਾਜਾ ਇੰਦਰਾਸਣ ਭਾਵ ਸਿੰਘਾਸਣ ਉੱਤੇ ਬੈਠਾ ਹੋਇਆ, ਦੇਵਤਿਆਂ ਦੇ ਦਲ ਸਮੇਤ ਆਪ ਜੀ ਦੇ ਜਸ ਨੂੰ ਗਾਇਨ ਕਰਦਾ ਜੀ। ਗਾਵਨ ਤੁਧਨੋਂ ਸਿੱਧ ਸਮਾਧੀ ਅੰਦਰ, ਗਾਵਨ ਤੁਧਨੋਂ ਸਾਧ ਵਿਚਾਰੇ। ਸੋ 84 ਸਿੱਧ ਸਮਾਧੀਆਂ ਅੰਦਰ ਸਥਿਤ ਹੋ ਕੇ ਆਪ ਦੇ ਜਸ ਦਾ ਗਾਇਨ ਕਰਦੇ ਨੇ, ਅਤੇ ਵਿਚਾਰਵਾਨ ਸਾਧੂ ਜਿਹੜੇ ਵਿਚਾਰੇ ਗਰੀਬੜੇ ਸਾਧੂ ਵੀ ਆਪ ਦੇ ਜਸ ਦਾ ਗਾਇਨ ਕਰਦੇ ਨੇ। ਗਾਵਨ ਤੁਧਨੋਂ ਜਤੀ ਸਤੀ ਸੰਤੋਖੀ, ਗਾਵਨ ਤੁਧਨੋਂ ਵੀਰ ਕਰਾਰੇ। ਜਿਹੜੇ ਜਾਤ ਰੱਖਣ ਵਾਲੇ 6 ਜਤੀ ਅਥਵਾ ਪ੍ਰਤੱਖ ਸਾਰੀ ਦੁਨੀਆ 'ਚ ਜਾਤ ਰੱਖਣ ਵਾਲੇ ਬਹੁਤ ਸਾਰੇ ਲੋਕ, ਸਤੀਆਂ ਜਿਹੜੀਆਂ, ਸੰਤੋਖੀ, ਸਭ ਆਪ ਦੇ ਜਸ ਨੂੰ ਗਾਉਂਦੇ ਹਨ। ਇਹ ਜਪਜੀ ਸਾਹਿਬ ਦੀ ਪਹਿਲੀ ਕਥਾ 'ਚ ਸਾਰਾ ਵਿਸਥਾਰ ਸਹਿਤ ਦੱਸਿਆ ਹੋਇਆ। ਸੋ ਕਰਾਰੇ ਤੋਂ ਭਾਵ ਤਕੜੇ 52 ਵੀਰ ਵੀ ਆਪ ਦੇ ਜਸ ਦਾ ਗਾਇਨ ਕਰਦੇ ਹਨ। ਗਾਵਨ ਤੁਧਨੋਂ ਪੰਡਿਤ ਪੜ੍ਹੇ ਰਖੀਸੁਰ, ਜੁਗ ਜੁਗ ਵੇਦਾਂ ਨਾਲੇ। ਇੱਥੇ ਪੜ੍ਹੇ ਪਾਠ ਦਾ ਫਰਕ ਹੈ ਦੂਜੇ ਸੋਦਰਾਂ ਨਾਲੋਂ। ਇਹ ਨਹੀਂ ਕਹਿਣਾ ਕਿ ਇੱਥੇ ਗਲਤ ਲਿਖਿਆ ਹੋਇਆ, ਕਈ ਪੈਨ ਲੈ ਕੇ ਠੀਕ ਕਰਨ ਲੱਗ ਜਾਂਦੇ ਨੇ। ਧਿਆਨ ਰੱਖਣਾ, ਪੰਡਿਤ ਲੋਕ, ਪੜ੍ਹਨ ਵਾਲੇ ਵਿਦਿਆਰਥੀ, ਤੇ ਰਖੀਸੁਰ ਹੁੰਦਾ ਮਹਾਤਮਾ, ਸਭ ਆਪ ਦੇ ਜਸ ਨੂੰ ਗਾਇਨ ਕਰਦੇ ਹਨ ਜੀ। ਚਾਰੇ ਯੁੱਗ, ਚਾਰੇ ਵੇਦਾਂ ਤੇ ਚਾਰੇ ਅਵਤਾਰਾਂ ਦੀ ਉਪਾਸਨਾ ਸਹਿਤ ਆਪ ਦੇ ਜਸ ਨੂੰ ਗਾਉਂਦੇ ਹਨ ਜੀ। ਗਾਵਨ ਤੁਧਨੋਂ ਮੋਹਣੀਆਂ ਮਨ ਮੋਹਨ, ਸੁਰਗ ਮੱਛ ਪਏ ਆਲੇ। ਮਨ ਦੇ ਮੋਹਣ ਵਾਲੀਆਂ ਮੋਹਣੀਆਂ ਇਸਤਰੀਆਂ ਵੀ ਆਪ ਦੇ ਜਸ ਨੂੰ ਗਾਇਨ ਕਰਦੀਆਂ ਹਨ, ਜਿਹੜੀਆਂ ਸੁਰਗ, ਮੱਛ ਹੁੰਦਾ ਮਾਤ ਲੋਕ, ਅਤੇ ਪਿਆਲੇ ਹੁੰਦਾ ਪਤਾਲ ਲੋਕ ਵਿੱਚ ਰਹਿਣ ਵਾਲੀਆਂ ਨੇ। ਗਾਵਨ ਤੁਧਨੋਂ ਰਤਨੋ ਪਾਏ ਤੇਰੇ ਜੇਤੇ, 68 ਤੀਰਥ ਨਾਲੇ। ਇੱਥੇ ਜੇਤੇ ਅੱਖਰ ਵੱਧ ਲਾਇਆ ਮਹਾਰਾਜ ਨੇ ਤੀਸਰੀ ਵਾਰ ਲਿਖਣ ਕਰਕੇ। ਕੱਟਣਾ ਨਹੀਂ ਪੈਨ ਲੈ ਕੇ ਇਹ ਅੱਖਰ, ਧਿਆਨ ਦੇਣਾ। ਤੇ ਇਹ ਸੋਦਰ ਆਸਾ ਰਾਗ ਵਾਲਾ ਇਸੇ ਪ੍ਰਕਾਰ ਹੀ ਹੈ। ਆਪ ਜੀ ਦੇ ਉਤਪੰਨ ਕੀਤੇ ਹੋਏ 14 ਰਤਨ ਵੀ ਆਪ ਜੀ ਦੇ ਜਸ ਨੂੰ ਗਾਇਨ ਕਰਦੇ ਹਨ। 68 ਤੀਰਥਾਂ ਦੇ ਨਾਲ ਰਹਿਣ ਵਾਲੇ ਮਹਾਤਮਾ ਜਨ ਵੀ ਆਪ ਦੇ ਜਸ ਨੂੰ ਗਾਇਨ ਕਰਦੇ ਹਨ ਜੀ। ਗਾਵਨ ਤੁਧਨੋਂ ਜੋਧ ਮਹਾਬਲ ਸੂਰਾ, ਗਾਵਨ ਤੁਧਨੋਂ ਖਾਣੀ ਚਾਰੇ। ਜੋਧੇ, ਮਹਾਬਲੀ ਅਤੇ ਸੂਰਮੇ ਆਪ ਦੇ ਜਸ ਨੂੰ ਗਾਉਂਦੇ ਨੇ। ਸੋ ਜੋਧਾ ਉਹਨੂੰ ਕਹਿੰਦੇ ਨੇ ਜੋ ਇੱਕ ਨਾਲ ਲੜੇ, ਮਹਾਬਲੀ ਉਹਨੂੰ ਕਹਿੰਦੇ ਜੋ 10,000 ਨਾਲ ਇਕੱਲਾ ਲੜੇ, ਸੂਰਮਾ ਉਹਨੂੰ ਕਹਿੰਦੇ ਜੋ ਅਣਗਿਣਤਾਂ ਨਾਲ ਲੜੇ। ਜੋਧਾ ਉਹ ਹੈ ਜਿਹਨੇ ਇੱਕ ਸਰੀਰ ਨੂੰ ਵਸ 'ਚ ਕੀਤਾ, ਮਹਾਬਲੀ ਉਹ ਹੈ ਜਿਹਨੇ 10 ਇੰਦਰੀਆਂ ਨੂੰ ਵਸ ਵਿੱਚ ਕੀਤਾ ਹੋਇਆ। ਸੂਰਮਾ ਉਹ ਹੈ ਜਿਹਨੇ ਮਨ ਦੀਆਂ ਅਨੇਕਾਂ ਵਾਸ਼ਨਾ ਦੂਰ ਕੀਤੀਆਂ ਨੇ। ਅੰਡਜ, ਜੇਰਜ, ਸੇਤਜ, ਉਤਪੁਜ ਰੂਪ 4 ਖਾਣੀਆਂ ਵੀ ਆਪ ਦੇ ਜਸ ਦਾ ਗਾਇਨ ਕਰਦੀਆਂ ਹਨ ਜੀ। ਗਾਵਨ ਤੁਧਨੋਂ ਖੰਡ ਮੰਡਲ ਬ੍ਰਹਮੰਡਾ, ਕਾਰੇ ਕਾਰ ਰੱਖੇ ਤੇਰੇ ਧਾਰੇ। 9 ਖੰਡ, ਸੋ 400 ਕੋਹਾਂ ਦਾ ਮੰਡਲ ਅਤੇ ਸਾਰਾ ਬ੍ਰਹਮੰਡ ਆਪ ਦੇ ਜਸ ਨੂੰ ਗਾਇਨ ਕਰਦਾ ਹੈ। ਇਹ ਸਾਰੇ ਉਤਪਤੀ ਕਰਕੇ ਆਪ ਜੀ ਦੇ ਹੁਕਮ ਅੰਦਰ ਮਰਿਆਦਾ ਵਿੱਚ ਧਾਰ ਰੱਖੇ ਨੇ ਆਪ ਨੇ। ਸਭ ਤੁਹਾਡੇ ਮਰਿਆਦਾ ਵਿੱਚ, ਹੁਕਮ 'ਚ, ਡਰ ਵਿੱਚ ਚੱਲਦੇ ਨੇ। ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋਹ ਕਰੋੜੀ ਚਲਤ ਨਾ ਅੰਤ। ਭੈ ਵਿੱਚ ਸਭ ਆਕਾਰ ਹੈ, ਨਿਰਭਉ ਹਰਿ ਜੀਉ ਸੋਏ। ਸੇਈ ਤੁਧਨੋਂ ਗਾਵਨ ਜੋ ਤੁਧ ਭਾਵਨ, ਰਤੇ ਤੇਰੇ ਭਗਤ ਰਸਾਲੇ। ਕਹਿੰਦੇ ਉਹੀ ਜੀਵ ਆਪ ਦੇ ਜਸ ਨੂੰ ਗਾਉਂਦੇ ਨੇ
ਜਿਹੜੇ ਆਪ ਨੂੰ ਭਾਉਂਦੇ ਨੇ, ਚੰਗੇ ਲੱਗਦੇ ਨੇ। ਹੋਰ ਕੋਈ ਗਾ ਨਹੀਂ ਸਕਦਾ, ਧੱਕੇ ਨਾਲ ਕਿਸੇ ਤੋਂ ਗਵਾ ਨਹੀਂ ਸਕਦੇ। ਹੇ ਰਸਾਲੇ ਤੋਂ ਭਾਵ ਸੁੰਦਰ ਪ੍ਰਮਾਤਮਾ, ਰਸਾਲੇ ਹੁੰਦਾ ਸਮੂਹ ਭਗਤ ਤੇਰੇ ਸਿਮਰਨ ਵਿੱਚ ਰਤੇ ਹੋਏ ਹਨ। ਹੋਰ ਕੇਤੇ ਤੁਧਨੋਂ ਗਾਵਨ, ਸੇ ਮੈਂ ਚਿਤ ਨ ਆਵਨ, ਨਾਨਕ ਕਿਆ ਵਿਚਾਰੇ। ਹੋਰ ਕਿਤਨੇ ਹੀ ਤੇਰੇ ਜਸ ਨੂੰ ਗਾਇਨ ਕਰਦੇ ਹਨ, ਜਿਹੜੇ ਮੈਨੂੰ ਚੇਤੇ ਵੀ ਨਹੀਂ ਆਉਂਦੇ। ਮੈਂ ਮਹਾਰਾਜ ਕਹਿੰਦੇ ਨਾਨਕ ਵਿਚਾਰਾ ਕੀ ਚੀਜ਼ ਆ। ਸੋ ਇੱਥੋਂ ਤੱਕ ਫਰਮਾਉਂਦੇ ਨੇ ਵੀ ਸੱਚਖੰਡ ਵਿੱਚ ਅਕਾਲ ਪੁਰਖ ਦੇ ਸਾਹਮਣੇ ਬਚਨ ਉਚਾਰੇ ਆ। ਜਿਸ ਵੇਲੇ ਅਕਾਲ ਪੁਰਖ ਦੇ ਹੁਕਮ ਅਨੁਸਾਰ ਵਾਪਸ ਫਿਰ ਧਰੂ ਭਗਤ ਪਾਸ ਆਏ ਨੇ, ਤਾਂ ਭਾਈ ਬਾਲੇ ਮਰਦਾਨੇ ਨੂੰ ਮਿਲੇ ਹਨ। ਉਹਨਾਂ ਨੇ ਬੇਨਤੀ ਕੀਤੀ, ਜਿਸ ਅਕਾਲ ਪੁਰਖ ਦੇ ਪਾਸ ਗਏ ਹੋ ਉਹ ਕੈਸਾ ਹੈ? ਤਾਂ ਉੱਤਰ ਦਿੰਦਿਆਂ ਫਰਮਾਉਂਦੇ ਹਨ, ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ। ਕਹਿੰਦੇ ਉਹ ਪ੍ਰਮਾਤਮਾ ਵਰਤਮਾਨ ਕਾਲ ਵਿੱਚ ਵੀ ਸੱਚਾ ਹੈ, ਉਹ ਪ੍ਰਮਾਤਮਾ ਪਿੱਛੇ ਵੀ ਸੱਚਾ ਸਾਹਿਬ ਸੀ, ਉਹ ਪ੍ਰਮਾਤਮਾ ਅੱਗੇ ਵੀ ਸਦਾ ਸੱਚਾ ਸਾਹਿਬ ਹੋਸੀ ਤੋਂ ਭਾਵ ਹੋਵੇਗਾ। ਹੈ ਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ। ਉਹ ਪ੍ਰਮਾਤਮਾ ਆਪ ਵੀ ਸੱਚਾ ਹੈ, ਉਹਦੀ ਨਾਈ ਤੋਂ ਭਾਵ ਜਿਹੜੀ ਸੋ ਵਡਿਆਈ ਵੀ ਸੱਚੀ ਹੈ। ਜਿਸ ਵਾਹਿਗੁਰੂ ਨੇ ਰਚਨਾ ਰਚਾਈ ਹੈ, ਸੋ ਪੈਦਾ ਕੀਤੀ ਆ, ਉਹ ਜਾਏ ਨਾ ਜਾਸੀ, ਨਾ ਜੰਮਦਾ ਨਾ ਉਹ ਮਰਦਾ। ਰੰਗੀ ਰੰਗੀ ਭਾਤੀ ਜਿਨਸੀ, ਮਾਇਆ ਜਿਨ ਉਪਾਈ। ਜਪਜੀ ਸਾਹਿਬ ਚਾਹੁੰਦਾ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ, ਇੱਥੇ ਕਰ ਕਰ ਨਹੀਂ ਆਇਆ। ਇਸ ਪ੍ਰਕਾਰ ਇਹ ਇਸੇ ਪ੍ਰਕਾਰ ਹੀ ਪਾਠ ਹੈ। ਕਾਰੇ ਕਾਰੇ ਦੇਖੈ ਕੀਤਾ ਆਪਣਾ, ਜਿਉਂ ਤਿਸ ਦੀ ਵਡਿਆਈ। ਰੰਗਾਂ ਰੰਗਾਂ ਦੀ ਭਾਤੀ ਹੁੰਦਾ, ਤਰ੍ਹਾਂ ਤਰ੍ਹਾਂ ਦੀ ਜਿਨਸੀ ਹੁੰਦਾ, ਜਿਵੇਂ ਜਿਣਸਾਂ ਹੁੰਦੀਆਂ, ਹਾਥੀ ਊਠ ਘੋੜਾ ਆਦਿਕ। ਇਹ ਸਾਰੀ ਸ੍ਰਿਸ਼ਟੀ ਜਿਸ ਨੇ ਮਾਇਆ ਦੁਆਰਾ ਉਹ ਪੈਦਾ ਕੀਤੀ ਹੈ, ਜਿਵੇਂ ਉਹਦੀ ਇੱਛਾ ਹੈ। ਉਹ ਆਪਣੇ ਕੀਤੇ ਹੋਏ ਸੰਸਾਰ ਪ੍ਰਪੰਚ ਦੀ ਆਪ ਹੀ ਦੇਖਾ ਤੋਂ ਭਾਵ ਪਾਲਣਾ ਕਰਦਾ ਹੈ। ਆਪਣੀ ਵਡਿਆਈ ਜਿਹੜੀ ਇੱਛਾ ਅਨੁਸਾਰ ਫਿਰ ਆਪ ਹੀ ਲੈਤਾ ਕਰ ਦਿੰਦਾ, ਸਮਾਪਤੀ ਕਰ ਦਿੰਦਾ ਹੈ। ਜੋ ਤਿਸ ਭਾਵੈ ਸੋਈ ਕਰਸੀ, ਫਿਰ ਹੁਕਮ ਨਾ ਕਰਨਾ ਜਾਈ। ਹੁਣ ਜੋ ਗੱਲ ਉਸ ਪਰਮੇਸ਼ਰ ਨੂੰ ਭਾਉਂਦੀ ਆ ਉਹੀ ਕਰਦਾ। ਉਸ ਦੇ ਉੱਪਰ ਹੁਕਮ ਨਹੀਂ ਕੀਤਾ ਜਾ ਸਕਦਾ ਦੁਬਾਰਾ ਮੋੜ ਕੇ ਵੀ ਨਹੀਂ ਤੁਸੀਂ ਆਹ ਨਹੀਂ ਸੀ ਕਰਨਾ। ਉਹਦਾ ਹੁਕਮ ਫੇਰ ਨਾ ਨਹੀਂ ਕੀਤਾ ਜਾਂਦਾ। ਜਿਹੜਾ ਇੱਕ ਵਾਰ ਹੋ ਗਿਆ, ਲੇਖ ਨਾ ਮਿਟਾਈ ਹੈ ਸਖੀ, ਜੋ ਲਿਖਿਆ ਕਰਤਾਰ। ਇਸ ਕਰਕੇ ਹੈ ਕਿ ਜਿਵੇਂ ਸੋਦਰ 3 ਵਾਰ ਉਚਾਰਿਆ ਜਪਜੀ ਸਾਹਿਬ ਵਿਖੇ, ਰਹਿ ਰਾਸ ਵਿਖੇ, ਆਸਾ ਰਾਗ ਵਿੱਚ। ਤਿੰਨਾਂ ਦੀ ਉਥਾਨਕਾ ਵੱਖੋ ਵੱਖਰੀ ਹੈ। ਪਹਿਲਾ ਸੋਦਰ ਜਪਜੀ ਸਾਹਿਬ ਵਾਲਾ ਸੁਮੇਰ ਪਰਬਤ ਉੱਤੇ ਸਿੱਧਾਂ ਨਾਲ ਗੋਸ਼ਟ ਕਰਦਿਆਂ ਉਚਾਰਿਆ। ਦੂਜਾ ਸੋਦਰ ਰਹਿ ਰਾਸ ਵਾਲਾ ਉਸ ਵੇਲੇ ਅਕਾਲ ਪੁਰਖ ਦੇ ਸਨਮੁਖ ਉਚਾਰਿਆ, ਜਦ ਵੇਈ ਨਦੀ ਵਿੱਚ ਚੁੱਭੀ ਮਾਰ ਕੇ ਗੁਰੂ ਜੀ ਸੱਚਖੰਡ 'ਚ ਗਏ। ਤੀਜਾ ਸੋਦਰ ਤਿਸ ਵੇਲੇ ਅਕਾਲ ਪੁਰਖ ਦੇ ਸਨਮੁਖ ਉਚਾਰਿਆ, ਜਦ ਗੁਰੂ ਜੀ ਧਰੂ ਭਗਤ ਨੂੰ ਮਿਲ ਕੇ ਸੱਚਖੰਡ ਵਿੱਚ ਗਏ ਸੀਗੇ। ਸੋ ਇਸ ਤਰ੍ਹਾਂ ਬੇਬੇ ਨਾਨਕੀ ਜੀ ਦੇ ਪੁੱਛਣ 'ਤੇ ਵੀ ਮਹਾਂਪੁਰਖ ਦੱਸਦੇ ਸੀ ਕਿ ਇਹ ਸੋਦਰ ਉਚਾਰ ਕੇ ਬੇਬੇ ਜੀ ਨੂੰ ਦੱਸਿਆ ਸੀ। ਸੋ ਪਾਤ ਸਾਹੋ ਸਾਹਾ ਪਤ ਸਾਹਿਬ, ਨਾਨਕ ਰਹਿਣ ਰਜਾਈ। ਉਹ ਸਾਹਿਬ ਪਾਤਸ਼ਾਹ ਦਾ ਪਾਤਸ਼ਾਹ ਹੈ। ਗੁਰੂ ਸਾਹਿਬ ਜੀ ਕਥਨ ਕਰਦੇ ਨੇ, ਹੇ ਧਰੂ ਭਗਤ ਜੀ, ਭਾਈ ਬਾਲੇ ਮਰਦਾਨੇ ਜੀ, ਉਸ ਪਰਮਾਤਮਾ ਦੀ ਜਿਹੜੀ ਰਜਾਈ ਆ, ਭਾਵ ਰਜਾਈ ਹੁੰਦੀ ਆਗਿਆ, ਤੋ ਆਗਿਆ ਵਿੱਚ ਹੀ ਰਹਿਣਾ ਚਾਹੀਦਾ ਬੰਦੇ ਨੂੰ। ਆਸਾ ਮਹੱਲਾ ਚੌਥਾ। ਸੋ ਇਹ ਦੂਸਰਾ ਸ਼ਬਦ ਆਸਾ ਰਾਗ ਦਾ ਚੌਥੇ ਪਾਤਸ਼ਾਹ ਦਾ, ਜਿਹੜਾ ਆਪਾਂ ਰਹਿ ਰਾਸ ਵਿੱਚ ਸੁਣਦੇ ਹਾਂ, ਸੋ ਪੁਰਖ ਵਾਲਾ ਸ਼ਬਦ, ਇੱਥੇ ਆਸਾ ਮਹੱਲਾ ਚੌਥਾ, ਸੋ ਪੁਰਖ ਅੱਖਰ ਨਹੀਂ ਆਇਆ, ਸਿਰਫ ਆਸਾ ਮਹੱਲਾ ਚੌਥਾ ਉਚਾਰਨ ਕੀਤਾ ਹੈ। ਸੋ ਪੁਰਖ ਨਿਰੰਜਨ, ਹਰ ਪੁਰਖ ਨਿਰੰਜਨ, ਹਰ ਅਗਮਾ ਅਗਮ ਅਪਾਰਾ। ਸੋ ਜੋ ਹਰੀ ਨਿਰੰਜਨ ਪੁਰਖ ਪਿੱਛੇ ਵੀ ਅਗਮ ਸੀ, ਅਪਹੁੰਚ ਸੀ, ਗਮਤਾ ਤੋਂ ਰਹਿਤ ਸੀ, ਸੋ ਹਰੀ ਨਿਰੰਜਨ ਪੁਰਖ ਹੁਣ ਵੀ ਅਗਮ ਹੈ। ਅਗਮ ਹੁੰਦਾ ਪਹੁੰਚਣਾ, ਗਮਤਾ, ਤੇ ਆਗਮ ਹੁੰਦਾ ਨਾ ਪਹੁੰਚ ਸਕੇ ਜਿੱਥੇ ਕੋਈ। ਸੋ ਹਰੀ ਨਿਰੰਜਨ ਪੁਰਖ ਅੱਗੇ ਵੀ ਅਗਮ ਹੋਵੇਗਾ। ਸੋ ਪੁਰਖ ਨਿਰੰਜਨ ਹੀ ਕਹਿ ਦਿੰਦੇ, ਹਰ ਪੁਰਖ ਨਿਰੰਜਨ ਕਿਉਂ ਕਿਹਾ? ਉੱਤਰ ਦਿੰਦਿਆਂ ਕਹਿੰਦੇ ਨਿਰੰਜਨ ਪੁਰਖ ਤਾਂ ਬਹੁਤ ਸੰਤ ਜਨ ਵੀ ਹਨ। ਸੋ ਲਕਸ਼ਣ ਕੀਤਾ ਬ੍ਰਹਮ ਦਾ ਤੇ ਸੰਤਾਂ ਵਿੱਚ ਜਾ ਕੇ ਪ੍ਰਵਿਰਤ ਹੋ ਗਿਆ, ਇਸ ਲਈ ਹਰ ਪੁਰਖ ਨਿਰੰਜਨ ਨਾਲ ਕਹਿਣਾ ਪਿਆ।
ਨਹੀਂ ਤਾਂ ਜੇ ਇੱਕ ਅੱਖਰ ਹੀ ਰੱਖਦੇ ਫਿਰ ਹੋਰ ਥਾਂ ਢੁੱਕ ਜਾਂਦਾ। ਸੋ ਫਿਰ ਪ੍ਰਸ਼ਨ ਹੋਇਆ ਕਿ ਹਰ ਪੁਰਖ ਨਿਰੰਜਨ ਹੀ ਕਹਿ ਦਿੰਦੇ, ਹਰ ਆਗਮਾ ਕਿਉਂ ਕਿਹਾ? ਕਹਿੰਦੇ ਹਰ ਪੁਰਖ ਨਿਰੰਜਨ ਤਾਂ ਸ੍ਰੀ ਰਾਮਚੰਦਰ ਜੀ ਵੀ ਹੋਇਆ, ਲਕਸ਼ਣ ਕੀਤਾ ਬ੍ਰਹਮ ਦਾ ਤੇ ਸ੍ਰੀ ਰਾਮਚੰਦਰ ਜੀ ਵਿੱਚ ਪ੍ਰਵਿਰਤ ਹੋ ਜਾਏਗਾ। ਇਸ ਲਈ ਹਰ ਆਗਮਾ ਕਿਹਾ, ਕਿਉਂਕਿ ਸ੍ਰੀ ਰਾਮਚੰਦਰ ਦੀ ਖੌਫ ਦੇ ਸਹਿਤ ਹੋਏ ਹਨ ਤੇ ਹਰੀ ਖੌਫ ਤੋਂ ਰਹਿਤ ਹੈ। ਪ੍ਰਸ਼ਨ ਫਿਰ ਅੱਗੇ ਕੀਤਾ, ਹਰ ਆਗਮਾ ਹੀ ਕਹਿ ਦਿੰਦੇ, ਆਗਮਾ ਪਾਰਾ ਕਿਉਂ ਕਿਹਾ? ਕਿਉਂਕਿ ਉੱਤਰ ਦਿੱਤਾ ਹਰ ਆਗਮਾ ਖੌਫ ਤੋਂ ਰਹਿਤ ਤਾਂ ਹਰਨਾਕਸ਼ ਸਾਧਕ ਵੀ ਹੋਏ ਨੇ। ਸੋ ਜਿਹਨੇ ਹਰ ਥਾਂ ਆਪਣਾ ਨਾਮ ਜਪਾਇਆ, ਜਲੇ ਹਰਨਾਕਸ਼ ਥਲੇ ਹਰਨਾਕਸ਼, ਹੈ ਵੀ ਹਰਨਾਕਸ਼ ਹੋਸੀ ਵੀ ਹਰਨਾਕਸ਼ ਕਹਾਉਂਦਾ ਸੀ ਉਹ। ਪਰੰਤੂ ਉਹ ਸ਼ਾਸਤਰਾਂ ਕਰਕੇ ਅਗਮ ਨਹੀਂ, ਇਸ ਕਰਕੇ ਅਸੀਂ ਅਗਮ ਅਪਾਰਾ ਕਿਹਾ, ਕਿਉਂਕਿ ਉਹ ਪਰਮਾਤਮਾ ਅਗਮ ਹੁੰਦਾ, ਸ਼ਾਸਤਰਾਂ ਕਰਕੇ ਅਪਾਰ ਤੋਂ ਭਾਵ ਬੇਅੰਤ ਹੈ। ਸਭ ਧਿਆਵਹਿ ਸਭ ਧਿਆਵਹਿ ਤੁਧ ਜੀ, ਹਰ ਸੱਚੇ ਸਿਰਜਣਹਾਰਾ। ਇਹ ਸਾਰਿਆਂ ਦੇ ਸਿਰਜਣ ਵਾਲੇ ਸੱਚੇ ਹਰੀ ਵਾਹਿਗੁਰੂ। ਪਿੱਛੇ ਵੀ ਆਪ ਜੀ ਸੋ ਸਾਰੇ ਆਪ ਜੀ ਨੂੰ ਧਿਆਉਂਦੇ ਸਨ, ਹੁਣ ਵੀ ਸਾਰੇ ਜੀਵ ਆਪ ਨੂੰ ਧਿਆਉਂਦੇ ਹਨ, ਜਾਂ ਕਹਿ ਲਓ ਵੀ ਮਨ ਬਾਣੀ ਸਰੀਰ ਕਰਕੇ ਸਾਰੇ ਜੀਵ ਆਪ ਨੂੰ ਧਿਆਉਂਦੇ ਨੇ। ਸੋ ਇਸ ਕਰਕੇ ਸਾਰੇ ਧਿਆਵਣੇ ਵਾਲੇ ਹੋ ਕੇ ਸਾਰੇ ਪੁਰਸ਼ ਆਪ ਨੂੰ ਧਿਆਉਂਦੇ ਨੇ। ਸਭ ਜੀ ਤੁਮਾਰੇ ਜੀ, ਤੂੰ ਜੀਆਂ ਕਾ ਦਾਤਾਰਾ। ਇਸ ਕਰਕੇ ਇਹ ਹਰ ਜੀ ਸਾਰੇ ਜੀਵ ਆਪ ਦੇ ਪੈਦਾ ਕੀਤੇ ਹੋਏ ਨੇ, ਆਪ ਦੇ ਦਾਸ ਹਨ ਸਾਰੇ। ਸੋ ਹੇ ਹਰੀ ਪ੍ਰਮਾਤਮਾ, ਤੂੰ ਸਾਰਿਆਂ ਜੀਵਾਂ ਦਾ ਦਾਤਾ ਹੈ। ਹਰ ਧਿਆਵੋ ਸੰਤ ਹੋ ਜੀ, ਸਭ ਦੁੱਖ ਵਿਸਾਰਨ ਹਾਰਾ। ਕਹਿੰਦੇ ਸੰਤ ਜੀ ਤੁਸੀਂ ਹਰੀ ਨੂੰ ਧਿਆਉਣਾ ਕਰੋ, ਸੰਤਾਂ ਨਾਲ ਮਿਲ ਕੇ ਹਰੀ ਨੂੰ ਧਿਆਉਣਾ ਕਰੋ, ਜੋ ਹਰੀ ਸਾਰਿਆਂ ਦੇ ਦੁੱਖਾਂ ਨੂੰ ਨਾਸ ਕਰਨ ਵਾਲਾ ਹੈ। ਇਸ ਕਰਕੇ ਉਹ ਸੰਤਾਂ ਨਾਲ ਮਿਲ ਕੇ ਜਪੋ। ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ। ਹਰੀ ਆਪ ਹੀ ਸਾਰਿਆਂ ਦਾ ਠਾਕੁਰ ਤੋਂ ਭਾਵ ਸੁਆਮੀ ਹੈ, ਹਰੀ ਆਪ ਹੀ ਸਭ ਭਗਤਾਂ ਦਾ ਸੇਵਕ ਹੈ। ਇਹ ਜੰਤ ਵਿਚਾਰਾ ਕੀ ਹੈ? ਜੋ ਪਰਮੇਸ਼ਰ ਦੇ ਸੰਪੂਰਨ ਜਸ ਨੂੰ ਕਹਿ ਸਕੇ। ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ, ਹਰ ਏਕੋ ਪੁਰਖ ਸਮਾਣਾ। ਹੇ ਹਰੀ ਪੁਰਖ, ਨਿਰੰਤਰ ਭਾਵ ਹੁੰਦਾ ਇੱਕ ਰਸ, ਇੱਕ ਰਸ ਸਭ ਘਟਾਂ ਦੇ ਅੰਦਰ ਇੱਕ ਤੂੰ ਹੀ ਸਮਾ ਰਿਹਾ ਨਜ਼ਰ ਆ ਰਿਹਾ ਹੈ। ਇੱਕ ਦਾਤੇ ਇੱਕ ਭੇਖਾਰੀ ਜੀ, ਸਭ ਤੇਰੇ ਚੋਜ ਵਿਡਾਣਾ। ਸੰਸਾਰ ਵਿੱਚ ਇੱਕ ਤਾਂ ਆਪਨੇ ਪੁੰਨੀ ਪੁਰਸ਼ ਦਾਤੇ ਬਣਾਏ ਨੇ ਅਤੇ ਇੱਕ ਭਿੱਖਿਆ ਮੰਗਣ ਵਾਲੇ ਭਿਖਾਰੀ ਬਣਾਏ ਨੇ। ਇਹ ਤੁਹਾਡਾ ਬੜਾ ਹੀ ਵਡਾਣਾ ਹੁੰਦਾ, ਅਚਰਜ ਜਿਹਾ ਚੋਜ ਤੋਂ ਭਾਵ ਕੌਤਕ ਹੈ। ਇਹ ਸਾਰੇ ਆਪ ਜੀ ਦੇ ਕੌਤਕ ਨੇ ਜੀ। ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਹਉ ਤੁਧ ਬਿਨ ਅਵਰ ਨਾ ਜਾਣਾ। ਹੇ ਹਰੀ ਵਾਹਿਗੁਰੂ ਜੀ, ਤੂੰ ਆਪ ਹੀ ਸਾਰਿਆਂ ਦਾ ਦਾਤਾ ਹੈ, ਆਪ ਹੀ ਤੂੰ ਪਦਾਰਥਾਂ ਦੇ ਭੋਗਣ ਵਾਲਾ ਹੈ। ਤੇਰੇ ਬਿਨਾ ਮੈਂ ਹੋਰ ਕਿਸੇ ਨੂੰ ਜਾਣਿਆ ਨਹੀਂ ਹੈ ਜੀ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣ ਆਖ ਵਖਾਣਾ। ਹੇ ਪਾਰ ਬ੍ਰਹਮ ਜੀ, ਤੂੰ ਪਿੱਛੇ ਵੀ ਬੇਅੰਤ ਸੀ, ਤੂੰ ਹੁਣ ਵੀ ਬੇਅੰਤ ਹੈ, ਅੱਗੇ ਵੀ ਬੇਅੰਤ ਹੋਵੇਂਗਾ। ਇੱਥੇ ਇੱਕ ਵਾਚਕ ਤਾਂ ਵਰਤਿਆ, ਤੁਸੀਂ ਅੱਖਰ ਤਾਂ ਨਹੀਂ ਲਾਇਆ। ਇੱਕ ਵਾਰ ਕਿਸੇ ਨੇ ਇਹ ਕੀਤਾ ਸੀ ਬਚਨ, ਕਹਿੰਦੇ ਅਕਾਲ ਪੁਰਖ ਲਈ ਇੱਥੇ ਜੱਚਦਾ ਨਹੀਂ ਵੀ ਤੂੰ ਅੱਖਰ ਵਰਤਿਆ ਜਾਵੇ। ਤੂੰ ਅੱਖਰ ਤਾਂ ਵਰਤਿਆ ਕਿਉਂ ਇੱਕੋ ਇੱਕ ਹੀ ਆ, ਤੁਸੀਂ ਬਹੁਵਾਚਕ ਹੋ ਜਾਂਦਾ, ਇਸ ਕਰਕੇ ਬਹੁਵਾਚਕ ਨਹੀਂ ਕਹਿਣਾ, ਇੱਕੋ ਤੂੰ ਹੀ ਹੈ ਬਸ। ਸੋ ਹੇ ਪਾਰ ਬ੍ਰਹਮ, ਤੂੰ ਆਪ ਹੀ ਬੇਅੰਤ ਹੈ, ਤੇਰੇ ਗੁਣ ਵੀ ਬੇਅੰਤ ਨੇ। ਮੈਂ ਆਪ ਦੇ ਕਿਹੜੇ ਕਿਹੜੇ ਗੁਣ ਆਖ ਕੇ ਮੂੰਹ ਨਾਲ ਕਥਨ ਕਰਾਂ। ਤੇਰੇ ਕਿਆ ਗੁਣ ਆਖ ਦਾ ਅਰਥ ਮੂੰਹ ਵੀ ਹੁੰਦਾ, ਮੂੰਹ ਨਾਲ ਕਿਹੜੇ ਕਿਹੜੇ ਆਖਾਂ ਜੀ। ਜੋ ਸੇਵ ਹੈ ਜੋ ਸੇਵ ਹੈ ਤੁਧ ਜੀ, ਜਨ ਨਾਨਕ ਤਿਨ ਕੁਰਬਾਨਾ। ਕਹਿੰਦੇ ਹੇ ਹਰ ਜੀ ਮਨ ਕਰਕੇ ਜੋ ਆਪ ਨੂੰ ਧਿਆਉਂਦੇ ਨੇ, ਹੇ ਹਰ ਜੀ ਤਨ ਕਰਕੇ ਜੋ ਆਪ ਨੂੰ ਸੇਵਦੇ ਨੇ, ਹੇ ਸੇਵਣੇ ਯੋਗ ਵਾਹਿਗੁਰੂ ਜੋ ਜੋ ਪੁਰਸ਼ ਆਪ ਜੀ ਨੂੰ ਸੇਵਦੇ ਨੇ, ਮੈਂ ਸੇਵਕ ਉਹਨਾਂ ਤੋਂ ਬਲਿਹਾਰ ਜਾਂਦਾ ਜੀ। ਸੋ ਇਸ ਪ੍ਰਕਾਰ ਪਾਠ ਇਸ ਪ੍ਰਕਾਰ ਵੀ ਕਰ ਸੇਵ ਹੈ, ਅਸੀਂ ਪੁਰਾਣੇ ਢੰਗ ਨਾਲ ਕਰਦੇ ਹਾਂ। ਕਈ ਹੁਣ ਨਵੇਂ ਜਿਹੜੇ ਉਹ ਕਰਦੇ ਸੇਵ ਜੋ ਸੇਵ ਹੈ ਤੁਧ ਜੀ। ਸੋ ਇਸ ਪ੍ਰਕਾਰ ਇੰਨਾ ਬਾਹਲਾ ਫਰਕ ਨਹੀਂ ਪੈਂਦਾ। ਪੁਰਾਣੇ ਸਮੇਂ ਵਿੱਚ ਅਸੀਂ ਪਾਠ ਕਰਦੇ ਰਹੇ, ਸੁਣਾਉਂਦੇ ਰਹੇ ਹਾਂ, ਬਾਹਲਾ ਜਨ ਫਿਰ ਉਹ ਹੋਰ ਹੀ ਕੁਝ ਬਣਨਾ ਸ਼ੁਰੂ ਹੋ ਜਾਂਦਾ। ਇਸ ਕਰਕੇ ਇਹੀ ਸਭ ਤੋਂ ਠੀਕ ਹੈ। ਹਰ ਧਿਆਵ ਹੈ ਹਰ ਧਿਆਵ ਹੈ ਤੁਧ ਜੀ, ਸੇ ਜਨ ਜੁਗ ਮਹਿ ਸੁਖ ਵਾਸੀ।
ਕਹਿੰਦੇ ਹੇ ਹਰਿ ਜੀ ਮਨ ਕਰਕੇ ਜੋ ਆਪ ਜੀ ਨੂੰ ਧਿਆਉਂਦੇ ਨੇ, ਹੇ ਵਾਹਿਗੁਰੂ ਤਨ ਕਰਕੇ ਜੋ ਆਪ ਨੂੰ ਧਿਆਉਂਦੇ ਨੇ, ਹੇ ਹਰੀ। ਸੋ ਇਸ ਪ੍ਰਕਾਰ ਬੀਪਸਾ ਅਲੰਕਾਰ ਦੀ ਰੀਤੀ ਅਨੁਸਾਰ ਕਹਿੰਦੇ ਨੇ ਹੇ ਹਰਿ ਜੀ ਜੋ ਆਪ ਨੂੰ ਧਿਆਉਂਦੇ ਨੇ, ਹੇ ਹਰਿ ਜੀ ਜੋ ਆਪ ਨੂੰ ਧਿਆਉਂਦੇ ਹਨ, ਹੇ ਧਿਆਉਣ ਯੋਗ ਵਾਹਿਗੁਰੂ ਹਰ ਹਰ ਜੋ ਆਪ ਨੂੰ ਧਿਆਉਂਦੇ ਹਨ, ਉਹ ਜੀਵ ਕਲਯੁਗ 'ਚ ਬੜੇ ਸੁਖਪੂਰਵਕ ਵਸਦੇ ਨੇ। ਸੇ ਮੁਕਤ ਭਏ ਜਿਨ ਹਰ ਧਿਆਇਆ ਜੀਓ, ਤਿਨ ਟੂਟੀ ਜਮ ਕੀ ਫਾਸੀ। ਇੱਥੇ ਦੋ ਫਰਕ ਆਏ ਨੇ ਪੰਕਤੀ 'ਚ, ਜੀਓ ਤੇ ਟੂਟੀ। ਸੋ ਇਹ ਸੋਦਰ ਦੇ ਵਿੱਚ ਨਹੀਂ ਇਸ ਪ੍ਰਕਾਰ ਆਉਂਦਾ, ਦੁਬਾਰਾ ਲਿਖਣ ਕਰਕੇ ਮਹਾਰਾਜ ਨੇ ਫਰਕ ਰੱਖ ਲਿਆ ਥੋੜਾ। ਜਿਨ੍ਹਾਂ ਨੇ ਹਰੀ ਨੂੰ ਧਿਆਇਆ ਹੈ ਉਹ ਪਿੱਛੇ ਵੀ ਮੁਕਤ ਰੂਪ ਹੋਏ ਨੇ ਅਤੇ ਹੁਣ ਵੀ ਮੁਕਤ ਰੂਪ ਹੋਏ ਨੇ। ਜਿਨ੍ਹਾਂ ਨੇ ਮੁਕਤ ਰੂਪ ਹਰੀ ਨੂੰ ਧਿਆਇਆ, ਸੇ ਤੋਂ ਭਾਵ ਉਹ ਪੁਰਸ਼, ਸੋ ਸੇ ਤੋਂ ਭਾਵ ਤਿੰਨਾਂ ਲੋਕਾਂ ਵਿੱਚ ਮੁਕਤ ਰੂਪ ਹੋਏ ਨੇ। ਉਹਨਾਂ ਨੂੰ ਜੋ ਜਮਾਂ ਦੀ ਫਾਹੀ ਪੈਣੀ ਸੀ ਉਹ ਟੁੱਟ ਗਈ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀਓ, ਤਿਨ ਕਾ ਭਾਉ ਸਭ ਗਵਾਸੀ। ਇੱਕ ਜਿਨ ਨੂੰ ਹਲੰਤ ਲੱਗੀ ਹਾਹਾ, ਤੇ ਇਸ ਕਰਕੇ ਜਿਨ ਕਰਨਾ ਦੂਸਰਾ, ਪਹਿਲਾ ਜਿਨ ਨਿਰਭਉ। ਜਿਨ੍ਹਾਂ ਨੇ ਪਿੱਛੇ ਨਿਰਭਉ ਹਰੀ ਨੂੰ ਧਿਆਇਆ ਸੀ, ਜਿਨ੍ਹਾਂ ਨੇ ਹੁਣ ਨਿਰਭਉ ਹਰੀ ਨੂੰ ਧਿਆਇਆ ਹੈ, ਮਨ ਕਰਕੇ ਜਿਨ੍ਹਾਂ ਨੇ ਨਿਰਭਉ ਹਰੀ ਨੂੰ ਧਿਆਇਆ, ਤਨ ਕਰਕੇ ਜਿਨ੍ਹਾਂ ਨੇ ਨਿਰਭਉ ਹਰੀ ਨੂੰ ਧਿਆਇਆ, ਜਿਨ੍ਹਾਂ ਨੇ ਨਿਰਭਉ ਹੋਣ ਵਾਸਤੇ ਨਿਰਭਉ ਹਰੀ ਨੂੰ ਧਿਆਇਆ, ਉਹਨਾਂ ਸਭਨਾਂ ਦਾ ਸਭ ਪ੍ਰਕਾਰ ਦਾ ਭਉ ਜਿਹੜਾ ਡਰ ਸੀ ਉਹ ਵਾਹਿਗੁਰੂ ਨੇ ਗਵਾ ਹੀ ਦਿੱਤਾ। ਜਿਨ ਸੇਵਿਆ ਮੇਰਾ ਹਰ ਜੀਓ, ਤੇ ਹਰ ਹਰ ਰੂਪ ਸਮਾਸੀ। ਜਿਨ੍ਹਾਂ ਨੇ ਪਿੱਛੇ ਮੇਰੇ ਹਰ ਜੀ ਨੂੰ ਸੇਵਿਆ ਸੀ, ਜਿਨ੍ਹਾਂ ਨੇ ਹੁਣ ਮੇਰੇ ਹਰ ਜੀ ਨੂੰ ਸੇਵਿਆ, ਜਿਨ੍ਹਾਂ ਨੇ ਸੇਵਨੇ ਯੋਗ ਮੇਰੇ ਹਰ ਜੀ ਨੂੰ ਸੇਵਿਆ, ਉਹ ਹਰ ਹਰ ਦੇ ਸਰੂਪ ਵਿੱਚ ਅਭੇਦ ਹੋ ਗਏ ਨੇ। ਸੇ ਤਨ ਜਿਨ ਹਰ ਧਿਆਇਆ ਜੀਓ, ਜਨ ਨਾਨਕ ਤਿਨ ਬਾਲ ਜਾਸੀ। ਨਿਸ਼ਚੇ ਕਰਕੇ ਉਹ ਪੁਰਸ਼ ਧਨ ਨੇ, ਉਹ ਪੁਰਸ਼ ਧਨ ਹਨ, ਉਹ ਪੁਰਸ਼ ਧਨ ਹਨ। ਜਿਨ੍ਹਾਂ ਨੇ ਧਨਤਾ ਯੋਗ ਹਰੀ ਨੂੰ ਧਿਆਉਣਾ ਕੀਤਾ, ਸੇ ਤੋਂ ਭਾਵ ਉਹ ਪੁਰਸ਼, ਸੇ ਤੋਂ ਭਾਵ ਤਿੰਨਾਂ ਦੇਵਤਿਆਂ ਕਰਕੇ ਧਨਤਾ ਯੋਗ ਉਹਨਾਂ ਪੁਰਸ਼ਾਂ ਤੋਂ ਮੈਂ ਬਲਿਹਾਰ ਜਾਂਦਾ। ਤੇਰੀ ਭਗਤ ਭੰਡਾਰ ਜੀ, ਭਰੇ ਬੇਅੰਤਾ। ਇੱਥੇ ਰਹਿ ਰਾਸ ਭਰੇ ਬੇਅੰਤ ਸਿਹਾਰੀ ਨਾਲ ਹੈ ਤੇ ਬੇਅੰਤਾ ਲਾਂ ਨਾਲ ਹੈ, ਪਰ ਇੱਥੇ ਜਿਹੜਾ ਪਾਠ ਹਾਸਾ ਰਾਗ 'ਚ ਆਏ ਦੋਨੋਂ ਹੀ ਲਾਵਾਂ ਹੀ ਲੱਗੀਆਂ ਹੋਈਆਂ ਨੇ। ਹੇ ਹਰ ਜੀ ਤੇਰੀ ਭਗਤੀ ਦੇ ਪਿੱਛੇ ਵੀ ਭੰਡਾਰੇ ਭਰੇ ਹੋਏ ਸਨ, ਹੁਣ ਵੀ ਤੇਰੀ ਭਗਤੀ ਦੇ ਬੇਅੰਤ ਭੰਡਾਰੇ ਭਰੇ ਹੋਏ ਹਨ, ਅੱਗੇ ਵੀ ਤੇਰੀ ਭਗਤੀ ਦੇ ਬੇਅੰਤ ਭੰਡਾਰੇ ਭਰੇ ਹੋਏ ਹੋਣਗੇ। ਹੇ ਬੇਅੰਤ ਰੂਪ ਵਾਹਿਗੁਰੂ, ਤੇਰੀ ਪ੍ਰਾਪਤੀ ਕਰਾਉਣ ਵਾਲੀ ਜੋ ਤੇਰੀ ਭਗਤੀ ਆ, ਤਿਸ ਭਗਤੀ ਦੇ ਬੇਅੰਤ ਭੰਡਾਰੇ ਭਰੇ ਪਏ ਹਨ। ਤੇਰੇ ਭਗਤ ਸਲਾਹਨ ਤੁਧ ਜੀ, ਹਰ ਅਨੇਕ ਅਨੰਤਾ। ਹੁਣ ਬੀਪਸਾ ਅਲੰਕਾਰ ਦੀ ਰੀਤੀ ਅਨੁਸਾਰ ਦੱਸਦੇ ਨੇ, ਬਾਰ-ਬਾਰ ਜਿਹੜਾ ਰਿਪੀਟ ਕਰਨਾ। ਹੇ ਹਰ ਜੀ ਤੁਹਾਡੇ ਭਗਤ ਤੁਹਾਡੀ ਸ਼ਲਾਘਾ ਕਰਦੇ ਹਨ, ਤੁਹਾਡੇ ਭਗਤ ਤੁਹਾਡੀ ਸ਼ਲਾਘਾ ਕਰਦੇ ਹਨ। ਹੇ ਹਰ ਜੀ ਪਿੱਛੇ ਵੀ ਭਗਤ ਆਪ ਨੂੰ ਸਲਾਹੁੰਦੇ ਸਨ, ਹੁਣ ਵੀ ਭਗਤ ਆਪ ਨੂੰ ਸਲਾਹੁੰਦੇ ਹਨ ਜੀ। ਆਪ ਦੇ ਗੁਣ ਉਚਾਰਨ ਵਾਲੇ ਭਗਤ ਆਪ ਨੂੰ ਸਲਾਹੁੰਦੇ ਹਨ ਜੀ। ਹੇ ਅਨੰਤਤਾ ਬੇਅੰਤ ਹਰੀ, ਤੇਰੇ ਗੁਣ ਅਨੇਕਾਂ ਹਨ ਅਤੇ ਤੇਰੇ ਗੁਣਾਂ ਦੇ ਉਚਾਰਨ ਵਾਲੇ ਵੀ ਅਨੇਕਾਂ ਹਨ। ਹੇ ਵਾਹਿਗੁਰੂ ਤੂੰ ਆਪ ਹੀ ਬੇਅੰਤ ਹੈ, ਤੇਰੇ ਗੁਣ ਵੀ ਅਨੇਕਾਂ ਹਨ ਅਤੇ ਤੇਰੀ ਮਹਿਮਾ ਵੀ ਬੇਅੰਤ ਹੈ ਜੀ। ਤੇਰੀ ਅਨਕ ਕਰਹਿ ਹਰ ਪੂਜਾ ਜੀ, ਤਾਪ ਹੈ ਜਪ ਹੈ ਬੇਅੰਤਾ। ਹੇ ਵਾਹਿਗੁਰੂ ਜੀ ਪਿੱਛੇ ਵੀ ਅਨੇਕਾਂ ਪੁਰਸ਼ ਆਪ ਦੀ ਪੂਜਾ ਕਰਦੇ ਸਨ, ਹੁਣ ਵੀ ਅਨੇਕਾਂ ਪੁਰਸ਼ ਆਪ ਦੀ ਪੂਜਾ ਕਰਦੇ ਹਨ, ਅੱਗੇ ਵੀ ਅਨੇਕਾਂ ਪੁਰਸ਼ ਆਪ ਦੀ ਪੂਜਾ ਕਰਨਗੇ। ਹੇ ਹਰੀ ਜੀ ਤੇਰੀ ਪੂਜਾ ਵੀ ਅਨੇਕ ਪ੍ਰਕਾਰ ਦੀ ਹੈ ਅਤੇ ਤੇਰੀ ਪੂਜਾ ਦੇ ਕਰਨ ਵਾਲੇ ਜਿਹੜੇ ਇਨਸਾਨ ਨੇ ਉਹ ਵੀ ਅਨੇਕਾਂ ਪ੍ਰਕਾਰ ਦੇ ਹਨ। ਬੇਅੰਤ ਪੁਰਸ਼ ਤਪ ਨੂੰ ਤਪਦੇ ਹਨ ਅਤੇ ਬੇਅੰਤੀ ਜਪ ਨੂੰ ਜਪਦੇ ਹਨ। ਤਪ ਹੈ, ਜਪ ਹੈ ਬੇਅੰਤਾ। ਤੇਰੇ ਅਨੇਕ ਪੜ੍ਹੈ ਬਹੁ ਸਿਮਰਤ ਸਾਸਤ ਜੀ, ਕਾਰ ਕਿਰਿਆ ਖਟ ਕਰਮ ਕਰੰਤਾ। ਹੇ ਹਰ ਜੀ ਤੇਰੇ ਸਰੂਪ ਦੇ ਕਥਨ ਕਰਨ ਵਾਲੇ ਸਿਮਰਤੀਆਂ ਆਦਿ ਗ੍ਰੰਥ ਵੀ ਅਨੇਕ ਨੇ, ਤੇਰੇ ਸਰੂਪ ਦੇ ਕਥਨ ਕਰਨ ਵਾਲੇ ਸ਼ਾਸਤਰ ਵੀ ਅਨੇਕ ਨੇ, ਉਹਨਾਂ ਨੂੰ ਪੜ੍ਹਨ ਵਾਲੇ ਪੁਰਸ਼ ਵੀ ਅਨੇਕਾਂ ਹਨ। ਉਹ ਕਰੰਤਾ ਹੋ ਕੇ ਖਟ ਹੁੰਦਾ 6 ਪ੍ਰਕਾਰ ਦੇ ਕਰਮਾਂ ਦੀ ਪ੍ਰਕਿਰਿਆ ਨੂੰ ਕਰਦੇ ਹਨ। ਸੰਧਿਆ ਤਰਪਣ ਹੋਮ ਯੱਗ ਤਿਥ ਪੂਜਾ ਦੇਵ ਅਰਚ ਆਦਿਕ ਨੂੰ 6 ਪ੍ਰਕਾਰ ਦਾ ਕਰਮ ਕਹਿੰਦੇ ਹਨ। ਜੋ ਭਾਵ ਹੈ ਮੇਰੇ ਹਰ ਭਗਵੰਤਾ।
ਹੁਣ ਮਹਾਰਾਜ ਕਥਨ ਕਰਦੇ ਨੇ, ਉਹ ਭਗਤ ਜਨ ਪਿੱਛੇ ਭਲੇ ਸਨ, ਹੁਣ ਵੀ ਉਹ ਭਗਤ ਭਲੇ ਹਨ, ਅੱਗੇ ਵੀ ਉਹ ਭਗਤ ਜਨ ਭਲੇ ਹੋਣਗੇ। ਕਹਿੰਦੇ ਸਹੀ ਸਹੀ ਉਹ ਭਗਤ ਭਗਤੀ ਦੇ ਕਰਨ ਵਾਲੇ ਭਲੇ ਹੀ ਹਨ। ਜੋ ਭਗਤ ਮੇਰੇ ਹਰੀ ਭਗਵੰਤ ਨੂੰ ਭਾਉਂਦੇ ਨੇ, ਸੇ ਤੋਂ ਭਾਵ ਤਿੰਨਾਂ ਲੋਕਾਂ 'ਚ ਭਲੇ ਹੀ ਹਨ। ਇਹ ਦੁਬਾਰਾ ਕਰਨਾ ਆਪਾਂ ਨੇ। ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵ ਹੈ ਮੇਰੇ ਹਰ ਭਗਵੰਤਾ। ਮਹਾਰਾਜ ਕਥਨ ਕਰਦੇ ਨੇ, ਉਹ ਭਗਤ ਜਨ ਪਿੱਛੇ ਭਲੇ ਸਨ, ਹੁਣ ਵੀ ਉਹ ਭਗਤ ਜਨ ਜਿਹੜੇ ਭਲੇ ਹਨ, ਅੱਗੇ ਵੀ ਉਹ ਭਗਤ ਜਨ ਭਲੇ ਹੋਣਗੇ। ਸਹੀ ਭਗਤ ਭਗਤੀ ਦੇ ਕਰਨ ਵਾਲੇ ਭਲੇ ਹਨ। ਜੋ ਭਗਤ ਮੇਰੇ ਹਰੀ ਭਗਵੰਤ ਨੂੰ ਭਾਉਂਦੇ ਨੇ, ਸੇ ਤੋਂ ਭਾਵ ਤਿੰਨਾਂ ਲੋਕਾਂ 'ਚ ਹੀ ਭਲੇ ਨੇ ਉਹ। ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ, ਤੁਧ ਜੇਵੜ ਅਵਰ ਨਾ ਕੋਈ। ਹੇ ਕਰਤਾ ਪੁਰਖ ਵਾਹਿਗੁਰੂ, ਤੂੰ ਸਭ ਪੁਰਖਾਂ ਦੀ ਆਦ ਰੂਪ ਹੈ ਅਤੇ ਸੰਸਾਰ ਤੋਂ ਅਪਰ ਹੁੰਦਾ ਪਰਾ ਰੂਪ ਹੈ। ਤੇਰੇ ਜਿੱਡਾ ਵੱਡਾ ਹੋਰ ਕੋਈ ਵੀ ਨਹੀਂ ਹੈ। ਤੂੰ ਜੁਗ ਜੁਗ ਏਕੋ, ਸਦਾ ਸਦਾ ਤੂੰ ਏਕੋ ਜੀ। ਤੂੰ ਨਿਹਚਲ ਕਰਤਾ ਸੋਈ, ਸਾਰਿਆਂ ਯੁੱਗਾਂ ਵਿਖੇ ਸਦਾ ਸਦਾ ਇੱਕ ਤੂੰ ਹੀ ਹੈ, ਤੂੰ ਹੀ ਹੈ। ਸੋ ਤੂੰ ਨਿਹਚਲ ਕਰਤਾ ਪੁਰਖ ਹੈ ਵਾਹਿਗੁਰੂ ਜੀ। ਹੋਰ ਤਾਂ ਸਾਰੇ ਜਿਹੜੇ ਨੇ ਨਿਹਚਲ ਤੋਂ ਭਾਵ ਹੁੰਦਾ ਜਿਹੜਾ ਅਚਲ ਅਟਲ ਪਰਮਾਤਮਾ ਹੈ। ਸੋ ਨਹਿ ਚਲ ਤੋਂ ਭਾਵ ਨਹੀਂ ਚੱਲਦਾ, ਚਲਾਇਮਾਨ ਨਹੀਂ ਹੁੰਦਾ। ਤੁਧ ਆਪੇ ਭਾਵੈ ਸੋਈ ਵਰਤੈ ਜੀ, ਤੂੰ ਆਪੇ ਕਰਹਿ ਸੋ ਹੋਈ। ਜੋ ਤੈਨੂੰ ਆਪ ਨੂੰ ਭਾਉਂਦਾ ਉਹੀ ਵਰਤਾਰਾ ਸਾਰੇ ਸੰਸਾਰ 'ਚ ਵਰਤਦਾ। ਜੋ ਤੂੰ ਆਪ ਕਰਦਾ ਉਹੀ ਕੁਝ ਹੁੰਦਾ। ਤੁਧ ਆਪੇ ਸ੍ਰੇਸ਼ਟ ਸਭ ਉਪਾਈ ਜੀ, ਤੁਧ ਆਪੇ ਸਿਰਜ ਸਭ ਗੋਈ। ਹੇ ਵਾਹਿਗੁਰੂ ਜੀ, ਤੁਸੀਂ ਆਪ ਹੀ ਸਾਰੀ ਸ੍ਰਿਸ਼ਟੀ ਉਤਪੰਨ ਕੀਤੀ ਹੈ, ਤੁਸੀਂ ਆਪ ਹੀ ਸਾਰੀ ਸ੍ਰਿਸ਼ਟੀ ਦੀ ਸਿਰਜਣ ਦੀ ਪਾਲਣਾ ਕੀਤੀ ਹੈ। ਅੰਤ ਵਿੱਚ ਆਪ ਨੇ ਸਾਰੀ ਸ੍ਰਿਸ਼ਟੀ ਗੋਈ ਹੁੰਦਾ ਬੁਲਾਈ ਹੈ, ਮਿਲਾਈ ਹੈ, ਛੁਪਾਈ ਹੈ। ਸੋ ਇਸ ਪ੍ਰਕਾਰ ਹੈ। ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ, ਜੋ ਸਭ ਸਹਿ ਕਾ ਜਾਣ ਹੋਈ। ਮਹਾਰਾਜ ਕਥਨ ਕਰਦੇ ਨੇ, ਹੇ ਭਾਈ ਉਸ ਕਰਤੇ ਪੁਰਖ ਦੇ ਗੁਣਾਂ ਨੂੰ ਗਾਉਣਾ ਕਰੋ। ਇਹ ਸੇਵਕ ਜਨੋ ਉਹਦੇ ਗੁਣਾਂ ਨੂੰ ਗਾਓ। ਜੋ ਵਾਹਿਗੁਰੂ ਸਾਰਿਆਂ ਦੇ ਜਾਣ ਹੋਈ ਹੁੰਦਾ ਹੈ, ਸੋ ਉਤਪੰਨ ਕਰਨ ਵਾਲਾ, ਜੋ ਸਾਰੇ ਦਿਲਾਂ ਦੀਆਂ ਗੱਲਾਂ ਜਾਣ ਹੋਈ ਹੁੰਦਾ, ਜਾਣਨ ਵਾਲਾ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਾਗ ਆਸਾ ਮਹੱਲਾ ਪਹਿਲਾ, ਚੌਪਦੇ ਘਰ ਦੂਜਾ। ਓੰਕਾਰ ਜੋ ਕੇਵਲ ਇੱਕੋ ਇੱਕ ਹੈ, ਸਤਿਗੁਰੂ ਦੀ ਪ੍ਰਸਾਦ ਕਿਰਪਾ ਦੁਆਰਾ ਜਿਹਦੀ ਪ੍ਰਾਪਤੀ ਹੈ। ਰਾਗ ਆਸਾ ਵਿੱਚ ਮਹਾਰਾਜ ਪਹਿਲੇ ਪਾਤਸ਼ਾਹ ਚੌਪਦੇ 4 ਪੌੜੀਆਂ ਵਾਲਾ ਸ਼ਬਦ ਦੂਸਰੇ ਘਰ ਸੁਰਤਾਰ 'ਚ ਬਖਸ਼ਿਸ਼ ਕਰਦੇ ਨੇ। ਸੋ ਮਹਾਂਪੁਰਖਾਂ ਨੇ ਕਿਸੇ ਨੇ ਬੇਨਤੀ ਕੀਤੀ, ਹੈ ਪ੍ਰਭੂ ਉਹ ਪਰਮਾਤਮਾ ਕਿੱਡਾ ਕੁ ਵੱਡਾ ਹੈ। ਮਹਾਰਾਜ ਦੱਸਦੇ ਨੇ, ਸੁਣ ਵੱਡਾ ਆਖੈ ਸਭ ਕੋਈ, ਕੇਵਡ ਵੱਡਾ ਡੀਠਾ ਹੋਈ। ਇੱਥੇ ਕੋਏ ਤੇ ਹੋਏ ਦੀ ਜਗ੍ਹਾ ਕੋਈ ਤੇ ਹੋਈ ਪਾਠ ਹੈ, ਕਿਉਂਕਿ ਦੁਬਾਰਾ ਲਿਖਿਆ ਤਾਂ ਬਦਲਤਾ ਹੈ। ਕਹਿੰਦੇ ਨੇ ਇੱਕ ਦੂਜੇ ਤੋਂ ਸੁਣ ਕੇ, ਸ਼ਾਸਤਰਾਂ ਦੁਆਰੇ ਸੁਣ ਕੇ ਸਭ ਕੋਈ ਪਰਮਾਤਮਾ ਨੂੰ ਵੱਡਾ ਕਰਕੇ ਕਹਿੰਦਾ। ਇਦੰ ਮਿਥ ਕਰਕੇ ਕਿੱਡਾ ਕੁ ਵੱਡਾ ਕੋਈ ਕਹੇ, ਕਿਸੇ ਦਾ ਦੇਖਿਆ ਹੋਇਆ ਹੋਵੇ ਤਾਂ ਕੋਈ ਪੂਰੀ ਤਰ੍ਹਾਂ ਕਹਿ ਸਕੇ ਕਿ ਉਹ ਪਰਮਾਤਮਾ ਐਡਾ ਕੁ ਵੱਡਾ ਹੈ। ਜੇ ਕਿਸੇ ਨੇ ਦੇਖਿਆ ਹੀ ਨਹੀਂ ਤਾਂ ਕੋਈ ਕਿੱਡਾ ਕੁ ਵੱਡਾ ਕਹੇ। 349 ਅੰਗ ਤੇ ਫਰਮਾਉਂਦੇ ਨੇ, ਕੀਮਤ ਪਾਏ ਨਾ ਕਹਿਆ ਜਾਏ, ਕਹਿਣਾ ਵਾਲੇ ਤੇਰੇ ਰਹੇ ਸਮਾਏ। ਨਾ ਉਹਦੀ ਕੀਮਤ ਪਾਈ ਜਾ ਸਕਦੀ ਹੈ, ਨਾ ਹੀ ਉਹਦਾ ਸਮੱਗਰ ਜਸ ਕਿਹਾ ਜਾਂਦਾ। ਇਹ ਜਿਹੜਾ ਕਹਿਣੇ ਵਾਲੇ ਪਾਠ ਹੈ, ਇਹ ਕਈ ਜਾਣੇ ਬਸ ਜਿੰਨੀ ਮਰਜ਼ੀ ਸੰਥਿਆ ਹੋ ਜੇ ਕਹਿਣੇ ਵਾਲੇ ਕਹੀ ਜਾਂਦੇ ਨੇ। ਇੱਥੇ ਦੁਲਾਈਆਂ ਦਾ ਧਿਆਨ ਰੱਖਣਾ। ਕਹਿਣਾ ਅੱਗੇ ਕਿਉਂਕਿ ਲਾਂ ਹੋਣ ਕਰਕੇ ਭੁਲੇਖਾ ਲੱਗਦਾ, ਕਹਿਣੇ ਵਾਲੇ ਜ਼ਿਆਦਾ ਕਹਿੰਦੇ। ਇੱਥੇ ਕਹਿਣਾ ਕਹਿਣਾ ਵਾਲੇ ਤੇਰੇ ਰਹੇ ਸਮਾਏ। ਜਿਨ੍ਹਾਂ ਨੇ ਉਹਦੀ ਪ੍ਰਾਪਤੀ ਰੂਪ ਕੀਮਤ ਨੂੰ ਪਾਇਆ, ਉਹਨਾਂ ਸੰਤਾਂ ਪਾਸੋਂ ਵੀ ਉਹਦਾ ਸਮੱਗਰ ਜਸ ਕਥਨ ਨਹੀਂ ਕੀਤਾ ਜਾਂਦਾ। ਤੇਰੇ ਤੋਂ ਭਾਵ ਤੇ ਇਸ ਪਰਮਾਤਮਾ ਦੇ ਜਸ ਨੂੰ ਕਹਿਣ ਵਾਲੇ ਜਨ ਜਿਹੜੇ ਨੇ, ਉਹਦੇ ਵਿੱਚ ਹੀ ਅਭੇਦ ਹੋ ਰਹਿੰਦੇ ਨੇ, ਕਹਿੰਦੇ ਕਹਿੰਦੇ ਵਿੱਚ ਹੀ ਸਮਾ ਜਾਂਦੇ ਨੇ। ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ, ਗੁਣੀ ਗਹੀਰਾ। ਹੇ ਮੇਰੇ ਸਾਹਿਬਾ, ਤੂੰ ਸਾਰਿਆਂ ਤੋਂ ਵੱਡਾ ਗਹਿਰ ਡੂੰਘਾ ਹੈ। ਗੰਭੀਰਾ ਹੁੰਦਾ ਨਿਰਹੱਲ ਪਹਾੜ ਵਾਂਗੂ ਹੈ, ਡੂੰਘਾ ਸਮੁੰਦਰ ਵਾਂਗ। ਪ੍ਰਮਾਣ ਹੀ ਦਿੰਦੇ ਆ, ਉਹ ਤਾਂ ਸਮੁੰਦਰ ਤੇ ਪਹਾੜ ਕੁਛ ਵੀ ਨਹੀਂ। ਨਿਰਹੱਲ ਪਹਾੜ ਤਾਂ ਝੱਟ ਹੀ ਹਿੱਲ ਜਾਂਦੇ ਆ। ਅਤੇ ਸ਼ੁਭ ਗੁਣਾਂ ਦਾ ਗਹੀਰਾ ਹੁੰਦਾ ਸਮੁੰਦਰ ਹੈ। ਕੋਈ ਨਾ ਜਾਣੈ ਤੇਰਾ ਕੇਤਾ ਕੇਵੜ ਚੀਰਾ ਰਹਾਉ। ਇੱਥੇ ਕੋਈ ਪਾਠ ਨੂੰ ਠੀਕ ਨਾ ਕਰਨ ਲੱਗ ਜੇ, ਕੋਈ ਪਾਠ ਹੀ ਠੀਕ ਹੈ। ਇੱਥੇ
कोई ना जाने रह रास चाਹੁੰਦਾ। ਕੋਈ ਵੀ ਜਾਣਦਾ ਨਹੀਂ ਹੈ ਜੋ ਤੇਰਾ ਕਿੱਡਾ ਕੁ ਵੱਡਾ ਚੀਰਾ ਤੋਂ ਭਾਵ ਵਿਸਥਾਰ ਹੈ। ਚੀਰਾ ਕਹੀਏ ਦਫ਼ਤਰ ਨੂੰ, ਚੀਰਾ ਕਹੀਏ ਚਿੱਠੀ ਨੂੰ, ਸੋ ਚੀਰਾ ਕਹੀਏ ਹੱਦ ਨੂੰ। ਕੋਈ ਨਹੀਂ ਜਾਣ ਸਕਦਾ। ਵਿਸ਼ਰਾਮ ਦੇ ਕੇ ਕਹਿੰਦੇ ਆ ਸਭ ਸੁਰਤੀ ਮਿਲ ਸੁਰਤੇ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਸਭ ਸੁਰਤੀ ਜਿਹੜੇ ਵੇਦ ਪਾਠੀਆਂ ਨੇ ਮਿਲ ਕੇ ਸੁਰਤ ਕਮਾਈ, ਬਿਰਤੀ ਲਗਾਈ ਹੈ। ਸੋ ਸਭ ਗਿਆਤ ਗੇਆਂ ਨੇ ਮਿਲ ਕੇ ਸੁਰਤ ਕਮਾਈ, ਗਿਆਤ ਲਗਾਈ ਹੈ। ਸਭ ਸ੍ਰੇਸ਼ਟ ਪ੍ਰੀਤੀ ਵਾਲਿਆਂ ਨੇ ਮਿਲ ਕੇ ਸੁਰਤ ਹੁੰਦੀ ਸ੍ਰੇਸ਼ਟ ਪ੍ਰੀਤੀ ਲਗਾਈ ਹੈ। ਪਰ ਕਮਾਈ ਜਿਹੜੀ ਹੈ ਨਾ ਉਹ ਕਾਮੀ ਆਈ ਹੈ ਬਸ। ਸਭ ਕੀਮਤ ਜਿਹੜੀ ਹੈ ਜੋਤਸ਼ੀਆਂ ਨੇ ਜਵਾਰੀਆਂ ਨੇ ਮਿਲ ਕੇ ਉਹਦੀ ਕੀਮਤ ਪਾਈ ਹੈ, ਪਰ ਕੀ ਮਰਿਆਦਾ ਪਾਈ ਹੈ? ਕੋਈ ਵੀ ਨਹੀਂ ਪਾਈ। ਉਹਨਾਂ ਨੂੰ ਕਿਹੜਾ ਪਤਾ ਲੱਗਦਾ ਵਿਚਾਰਿਆਂ ਨੂੰ, ਤਾਂ ਮਨੁੱਖ ਹੀ ਹੈ। ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਗਿਆਨ ਦੀਆਂ ਗੱਲਾਂ ਕਰਨ ਵਾਲੇ ਜੋ ਗਿਆਨੀ ਹੈ, ਧਿਆਨ ਲਗਾਉਣ ਵਾਲੇ ਜੋ ਧਿਆਨੀ ਹੈ, ਗੁਰੂ ਅਤੇ ਗੁਰੂਆਂ ਦੇ ਜੋ ਵੱਡੇ ਗੁਰੂ ਦਾਦਾ ਗੁਰੂ ਹਨ, ਗੁਰੂ ਅਤੇ ਗੁਰੂਆਂ ਦੇ ਜੋ ਗੁਰ ਹਾਈ ਗੁਰ ਭਾਈ ਹਨ, ਭਾਵ ਜੋ ਚਾਚੇ ਗੁਰੂ ਹਨ, ਗੁਰੂ ਅਤੇ ਆਪਣੇ ਜੋ ਗੁਰ ਹਾਈ ਗੁਰ ਭਾਈ ਨੇ, ਗੁਰ ਵੱਡੇ ਜੋ ਪਰਬਤ ਹਨ, ਉਹਨਾਂ ਗੁਰ ਪਰਬਤਾਂ ਦੇ ਹਾਈ ਤੋਂ ਭਾਵ ਹੱਥ ਕਰਨ ਵਾਲਾ ਜੋ ਇੰਦਰ ਹੈ। ਸੋ ਗੁਰਨਾਮ ਬ੍ਰਹਸਪਤੀ ਦਾ ਹੈ, ਉਸ ਬ੍ਰਹਸਪਤੀ ਦਾ ਗੁਰੂ ਜੋ ਬ੍ਰਹਮਾ ਹੈ। ਇਹਨਾਂ ਸਾਰਿਆਂ ਪਾਸੋਂ ਇਹ ਵਾਹਿਗੁਰੂ ਤੇਰੀ ਤਿਲ ਜਿੰਨੀ ਕੀਮਤ ਜਿਹੜੀ ਵਡਿਆਈ ਵੀ ਕਥਨ ਨਹੀਂ ਕੀਤੀ ਜਾਂਦੀ। ਸੋ ਕਹਿੰਦੇ ਨੇ ਸਤੀਆਂ ਨੂੰ ਸਤ ਦੀ ਪ੍ਰਾਪਤੀ, ਤਪੀਆਂ ਨੂੰ ਤਪ ਦੀ ਪ੍ਰਾਪਤੀ, ਗੁਰਮੁਖਾਂ ਨੂੰ ਚੰਗਾਈਆਂ ਦੀ ਪ੍ਰਾਪਤੀ, ਸਿੱਧਾਂ ਨੂੰ ਰਿੱਧੀਆਂ ਸਿੱਧੀਆਂ ਦੀ ਪ੍ਰਾਪਤੀ ਆਪਣੇ ਆਪ ਹੁੰਦੀ ਹੈ ਕਿ ਜਾਂ ਉਹਦੀ ਕਿਰਪਾ ਨਾਲ ਹੁੰਦੀ ਹੈ। ਮਹਾਰਾਜ ਜਵਾਬ ਦਿੰਦੇ ਕਹਿੰਦੇ ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾ ਪੁਰਖਾਂ ਕੀਆਂ ਵਡਿਆਈਆਂ। ਸਾਰੇ ਸਤਵਾਦੀਆਂ ਨੂੰ ਜੋ ਸਤ ਦੀ ਪ੍ਰਾਪਤੀ ਹੈ, ਸਭ ਤਪੀਆਂ ਨੂੰ ਜੋ ਤਪ ਦੀ ਪ੍ਰਾਪਤੀ ਹੈ, ਸਾਰੇ ਗੁਰਮੁਖਾਂ ਨੂੰ ਜੋ ਚੰਗਿਆਈਆਂ ਦੀ ਪ੍ਰਾਪਤੀ ਹੈ, ਸਿੱਧਾਂ ਨੂੰ ਜੋ ਰਿੱਧੀਆਂ ਸਿੱਧੀਆਂ ਦੀ ਪ੍ਰਾਪਤੀ ਹੈ, ਪੁਰਸ਼ਾਂ ਨੂੰ ਜੋ ਵਡਿਆਈਆਂ ਦੀ ਪ੍ਰਾਪਤੀ ਦੁਨੀਆ 'ਚ ਹੁੰਦੀ ਹੈ, ਇਹ ਸਭ ਪਰਮਾਤਮਾ ਦੀ ਕਿਰਪਾ ਕਰਕੇ ਹੀ ਮਿਲਦੀ ਆ। ਤੋਦ ਵਿਣ ਸਿੱਧੀ ਕਿਨੈ ਨ ਪਾਈਆ, ਕਰਮ ਮਿਲੈ ਨਾਹੀ ਠਾਕ ਰਹਾਈਆ। ਉਸ ਪਰਮੇਸ਼ਰ ਦੀ ਕਿਰਪਾ ਬਿਨਾਂ ਰਿੱਧੀ ਸਿੱਧੀ ਕਿਸੇ ਨੇ ਨਹੀਂ ਪਾਈ ਅੱਜ ਤੱਕ। ਉਸ ਪਰਮਾਤਮਾ ਦੀ ਕਰਮ ਹੁੰਦੀ ਕਿਰਪਾ ਨਾਲ ਜਿਹਨੂੰ ਰਿੱਧੀਆਂ ਸਿੱਧੀਆਂ ਮਿਲਦੀਆਂ ਹਨ, ਉਹ ਫਿਰ ਕਿਸੇ ਦੀਆਂ ਠਾਕ ਹੁੰਦਾ ਰੋਕੀਆਂ ਹੋਈਆਂ ਰੁਕਦੀਆਂ ਨਹੀਂ। ਜੇ ਕੋਈ ਕਹੇ ਮੈਂ ਇਹਨੂੰ ਦਿੱਤੀ ਹੋਈ ਬਖਸ਼ਿਸ਼ ਰੋਕ ਲਵਾਂਗਾ, ਉਹਨੂੰ ਕੋਈ ਰੋਕ ਵੀ ਨਹੀਂ ਸਕਦਾ। ਕਹਿੰਦੇ ਜੇ ਪਰਮਾਤਮਾ ਦੀ ਕਿਰਪਾ ਨਾ ਮਿਲੇ ਤਾਂ ਮਿਲਦੀਆਂ ਹੋਈਆਂ ਵੀ ਰੁਕ ਜਾਂਦੀਆਂ ਨੇ। ਸੋ ਜਿਵੇਂ ਰਾਮ ਰਾਏ ਤੇ ਕਿਰਪਾ ਹੁੰਦੀ ਹੁੰਦੀ ਰੁਕ ਗਈ ਤਾਂ ਰਾਮ ਰਾਏ ਲੈ ਨਾ ਸਕਿਆ। ਆਖਣ ਵਾਲਾ ਕਿਆ ਬੇਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਪਰਮਾਤਮਾ ਦੇ ਜਸ ਨੂੰ ਆਖਣ ਵਾਲਾ ਇਹ ਜੀਵ ਵਿਚਾਰਾ ਕੀ ਹੈ ਜੋ ਉਹਦੇ ਸਮਗਰ ਜਸ ਨੂੰ ਕਹਿ ਸਕੇ। ਤੇ ਇਸ ਸਿਫਤੀ ਤੋਂ ਭਾਵ ਹੁੰਦਾ ਪਰਮਾਤਮਾ। ਉਹ ਪਰਮਾਤਮਾ ਦੀ ਸਿਫਤ ਦੇ ਭੰਡਾਰੇ ਵੇਦ ਸ਼ਾਸਤਰ ਧਾਰਮਿਕ ਗ੍ਰੰਥ ਭਰੇ ਪਏ ਨੇ। ਮਹਾਤਮਾ ਦੇ ਜਿਹੜੇ ਅੰਤःਕਰਨ ਉਹ ਭਰੇ ਪਏ ਨੇ। ਜਿਸ ਤੂੰ ਦੇਹ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ। ਕਹਿਣ ਲੱਗੇ ਤੂੰ ਭਾਵ ਹੁੰਦਾ ਪੁਨਾ। ਸੋ ਪੁਨਾ ਜਿਸ ਪੁਰਸ਼ ਨੂੰ ਪ੍ਰਮਾਤਮਾ ਆਪਣਾ ਆਪ ਦਿੰਦਾ, ਆਪਣਾ ਆਸਰਾ ਦਿੰਦਾ ਹੈ, ਪਦਾਰਥ ਆਦਿਕ ਦਿੰਦਾ ਹੈ, ਤੇ ਇਸ ਦੇ ਨਾਲ ਹੋਰ ਕਿਸੇ ਦਾ ਕੀ ਜ਼ੋਰ ਚੱਲ ਸਕਦਾ। ਮਹਾਰਾਜ ਕਥਨ ਕਰਦੇ ਕਿ ਸੱਚਾ ਪ੍ਰਮਾਤਮਾ ਆਪ ਹੀ ਉਹਦੇ ਸਵਾਰਨ ਵਾਲਾ ਹੁੰਦਾ ਹੈ। ਕਹਿੰਦੇ ਪੁਨਾ ਜਿਸ ਨੂੰ ਪ੍ਰਮਾਤਮਾ ਆਪ ਦੇ ਦਿੰਦਾ ਹੈ, ਕਹਿੰਦੇ ਤਿਸ ਦਾ ਕੀ ਚਾਰਾ ਚਾਲ ਚੱਲਣਾ। ਤੋਂ ਭਾਵ ਸਭ ਤੋਂ ਵਧੀਆ ਉਹ ਸੱਚ ਦੇ ਸਵਾਰਨ ਵਾਲਾ ਹੁੰਦਾ। ਭਾਵ ਆਤਮਾ ਅਨਾਤਮਾ ਦੇ ਵਿਚਾਰ ਵਾਲਾ ਹੋ ਕੇ ਉਹ ਅਨਾਤਮ ਪਦਾਰਥਾਂ ਦਾ ਤਿਆਗ ਕਰਦਾ ਤੇ ਆਤਮ ਵਸਤੂ ਨੂੰ ਗ੍ਰਹਿਣ ਕਰਨ ਲੱਗ ਪੈਂਦਾ। ਉਹ ਤੇ ਕਿਰਪਾ ਹੋ ਜਾਂਦੀ ਹੈ। ਆਸਾ ਮਹੱਲਾ ਪਹਿਲਾ, ਆਖਾਂ ਜੀਵਾ ਵਿਸਰੈ ਮਰ ਜਾਓ। ਸੋ ਜਿਸ ਵੇਲੇ ਦੇਸ਼ਾਂ ਦੇ ਸੰਤਰਾਂ ਦਾ ਰਟਨ ਕਰਦੇ ਗੁਰੂ ਨਾਨਕ ਦੇਵ ਜੀ ਵਾਸ ਤਲਵੰਡੀ ਪਹੁੰਚੇ ਅਤੇ ਮਾਤਾ ਪਿਤਾ ਨੂੰ ਘਰ ਆ ਕੇ ਮਿਲੇ, ਉਸ ਵੇਲੇ ਮਾਤਾ ਜੀ ਬਹੁਤ ਖੁਸ਼ੀ ਵਿੱਚ ਬਾਰ-ਬਾਰ ਆਪਣੇ ਪੁੱਤਰ ਨੂੰ ਬੁਲਾਉਣ, ਪਰ ਗੁਰੂ ਜੀ ਬਹੁਤਾ ਨਾ ਬੋਲਣ, ਹਰ ਵੇਲੇ ਪਰਮਾਤਮਾ ਦਾ ਨਾਮ ਉਚਾਰਦੇ ਰਹਿਣ। ਤਾਂ ਮਾਤਾ ਜੀ ਨੇ ਕਿਹਾ ਪੁੱਤਰ ਇਤਨਾ ਪਰਮੇਸ਼ਰ ਦਾ ਨਾਮ ਕਿਉਂ ਜਪਦੇ ਹੋ ਜੋ ਸਾਡੇ ਨਾਲ ਬੋਲਦੇ ਵੀ ਨਹੀਂ। ਤਾਂ ਮਹਾਰਾਜ ਨੇ ਬਚਨ ਕੀਤਾ ਆਸਾ ਰਾਗ 'ਚ ਪਹਿਲੇ ਪਾਤਸ਼ਾਹ ਨੇ, ਆਖਾ ਜੀਵਾ ਵਿਸਰੈ ਮਰ ਜਾਓ। ਇਹ ਮਾਤਾ ਜੀ ਮੈਂ ਪਰਮੇਸ਼ਰ ਦੇ ਨਾਮ ਨੂੰ ਉਚਾਰਦਾ ਰਹਾਂ, ਉਦੋਂ ਹੀ ਮੇਰਾ ਜਿਉਣਾ ਹੁੰਦਾ। ਜੇ ਮੈਂ ਵਾਹਿਗੁਰੂ ਵਾਹਿਗੁਰੂ ਕਰਦਾ ਰਹਾਂ, ਜੇ ਮੈਨੂੰ ਉਹਦਾ ਨਾਮ ਭੁੱਲ ਜਾਵੇ ਤਾਂ ਮੇਰਾ ਮਰ ਜਾਣਾ ਹੁੰਦਾ।
ਮਾਤਾ ਜੀ ਨੇ ਕਿਹਾ ਜਿਵੇਂ ਹੋਰ ਲੋਕੀ ਨਾਮ ਜਪਦੇ ਨੇ ਅਤੇ ਆਪਣਾ ਵਿਹਾਰ ਵੀ ਕਰੀ ਜਾਂਦੇ ਨੇ, ਉਹ ਤੁਸੀਂ ਵੀ ਨਾਮ ਜਪ ਕੇ ਸਾਡੇ ਨਾਲ ਬੋਲੀ ਵੀ ਜਾਓ ਤੇ ਨਾਮ ਵੀ ਜਪੀ ਜਾਓ। ਅੱਗੇ ਮਹਾਰਾਜ ਕਹਿਣ ਲੱਗੇ, ਆਖਣ ਔਖਾ ਸਾਚਾ ਨਾਮ। ਇਹ ਮਾਤਾ ਜੀ ਇਕਾਗਰ ਮਨ ਹੋ ਕੇ ਜਿਹੜਾ ਸੱਚੇ ਨਾਮ ਦਾ ਆਖਣਾ, ਇਹ ਬਹੁਤ ਹੀ ਔਖਾ ਕਠਿਨ ਹੈ। ਇਕਾਗਰ ਹੋ ਕੇ ਨਹੀਂ ਕਿਹਾ ਜਾਂਦਾ ਹੈ ਕਿਸੇ ਤੋਂ। ਲੋਕ ਨਾਲੇ ਰਾਮ ਰਾਮ, ਨਾਲੇ ਗੋਬਿੰਦ ਗੋਬਿੰਦ, ਨਾਲੇ ਕੋਈ ਵਾਹਿਗੁਰੂ ਵਾਹਿਗੁਰੂ, ਨਾਲੇ ਗੱਲਾਂ ਕਰੀ ਜਾਂਦੇ ਆ। ਇਉਂ ਨਾਮ ਨਹੀਂ ਜਪੀਦਾ। ਇੱਕ ਮਨ ਹੋ ਕੇ ਨਾਮ ਜਪਿਆ ਜਾਂਦਾ ਹੁੰਦਾ, ਉਹ ਔਖਾ ਲੱਗਦਾ ਸਾਰਿਆਂ ਨੂੰ ਮਨ ਬਾਣੀ ਸਰੀਰ ਕਰਕੇ ਜਪਣਾ। ਸਾਚੇ ਨਾਮ ਕੀ ਲਾਗੈ ਭੂਖ। ਸਾਨੂੰ ਹਰ ਵੇਲੇ ਸੱਚੇ ਨਾਮ ਜਪਣ ਦੀ ਜਿਹੜੀ ਭੂਖ ਹੁੰਦੀ, ਚਾਹ ਲੱਗੀ ਹੋਈ ਰਹਿੰਦੀ, ਇੱਛਾ ਲੱਗੀ ਹੋਈ ਰਹਿੰਦੀ ਹੈ। ਤੇਤ ਭੂਖੈ ਖਾਏ ਚੱਲੀਐ ਦੁਖ। ਰਹਿ ਰਾਸ ਵਿੱਚ ਉਤ ਭੂਖੈ ਪਾਠ ਆਉਂਦਾ, ਇੱਥੇ ਤਿਤ ਭੂਖੈ ਲਿਖਿਆ ਹੋਇਆ। ਸੋ ਇਸ ਕਰਕੇ ਇੱਥੇ ਤਿਤ ਭੂਖਾ ਹੀ ਠੀਕ ਹੈ। ਸੋ ਕਈ ਪੈਨ ਲੈ ਕੇ ਫਿਰ ਠੀਕ ਕਰਨ ਲੱਗ ਜਾਂਦੇ ਹੁੰਦੇ ਆ। ਤੇ ਇਸ ਭੁੱਖ ਦੇ ਖਾਣ ਨਾਲ, ਭਾਵ ਨਾਮ ਜਪਣ ਨਾਲ, ਸਾਰੇ ਦੁੱਖ ਚਲੇ ਜਾਂਦੇ ਨੇ। ਦੁੱਖ ਭੁੱਖ ਨੇ ਵਿਆਪੇ ਜੇ ਸੁਖਦਾਤਾ ਮਨ ਹੋਵੇ। ਸੋ ਕਿਉ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਏ ਰਹਾਉ। ਹੇ ਮਾਤਾ ਜੀ, ਉਹ ਪਰਮੇਸ਼ਰ ਦਾ ਨਾਮ ਮੈਨੂੰ ਕਿਵੇਂ ਭੁੱਲੇ, ਜੋ ਸਾਹਿਬ ਆਪ ਵੀ ਸੱਚਾ ਹੈ ਅਤੇ ਜਿਹਦਾ ਨਾਮ ਵੀ ਸੱਚਾ ਹੈ। ਰਹਾਉ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਸਾਚੇ ਨਾਮ ਕੀ ਤਿਲ ਵਡਿਆਈ, ਆਖ ਤੱਕੇ ਕੀਮਤ ਨਹੀਂ ਪਾਈ। ਇਹ ਮਾਤਾ ਜੀ, ਸੱਚੇ ਪਰਮੇਸ਼ਰ ਦੇ ਨਾਮ ਦੀ ਵਡਿਆਈ ਨੂੰ ਸਾਰੇ ਲੋਕੀ ਆਖ ਆਖ ਕੇ ਥੱਕ ਗਏ ਆ, ਪਰ ਅੱਜ ਤੱਕ ਇੱਕ ਤਿਲ ਮਾਤਰ ਵੀ ਕਿਸੇ ਨੇ ਉਹਦੀ ਕੀਮਤ ਨਹੀਂ ਪਾਈ। ਫਿਰ ਮਾਤਾ ਜੀ ਨੇ ਬਚਨ ਕੀਤਾ, ਜੇ ਸਾਰੇ ਇਕੱਠੇ ਹੋ ਕੇ ਪੁੱਤ ਉਹਦੀ ਵਡਿਆਈ ਨੂੰ ਕਹਿਣ, ਫਿਰ ਤਾਂ ਉਹਦੀ ਕੀਮਤ ਪੈ ਜਾਂਦੀ ਹੋਵੇਗੀ ਇੰਨੀ ਦੁਨੀਆ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਜੇ ਸਭ ਮਿਲ ਕੇ ਆਖਣ ਪਾਏ। ਮਾਤਾ ਜੀ, ਸਾਰੀ ਦੁਨੀਆ ਵੀ ਮਿਲ ਕੇ ਨਾ 84 ਲੱਖ ਦੇਵਤਿਆਂ ਸਣੇ ਸਾਰੀਆਂ ਜੂਨਾਂ ਵੀ ਮਿਲ ਕੇ ਕਹਿਣ ਉਹਦੀ ਵਡਿਆਈ ਨੂੰ, ਤਾਂ ਵੀ ਕੀਮਤ ਨਹੀਂ ਪਾ ਸਕਦੇ। ਸੋ ਜਿਵੇਂ ਸੰਸਾਰ ਵਿੱਚ ਕਿਸੇ ਦੀ ਵਡਿਆਈ ਨੂੰ ਕਰੀਏ ਤਾਂ ਉਹ ਫੁੱਲ ਕੇ ਵੱਡਾ ਹੋ ਜਾਂਦਾ, ਜੇ ਕਿਸੇ ਨਿੰਦਿਆ ਕਰੀਏ ਤਾਂ ਉਹਦਾ ਜਸ ਘਟ ਜਾਂਦਾ। ਕੀ ਪਰਮੇਸ਼ਰ ਨੂੰ ਵੀ ਐਂ ਫਰਕ ਪੈਂਦਾ ਕੋਈ? ਪਰਮੇਸ਼ਰ ਵੀ ਵੈਸਾ ਹੁੰਦਾ ਕਿ ਨਹੀਂ? ਤਾਂ ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਕਹਿੰਦੇ ਮਾਤਾ ਜੀ, ਉਸਤਤ ਕਰਨ ਨਾਲੋਂ ਪਰਮਾਤਮਾ ਵੱਡਾ ਨਹੀਂ ਹੁੰਦਾ ਤੇ ਨਿੰਦਾ ਦੇ ਕਰਨ ਨਾਲੋਂ ਘਟ ਨਹੀਂ ਜਾਂਦਾ। ਜ਼ਮੀਨ ਜ਼ਮਾਨ ਕੇ ਬਿਖੈ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਬਾੜ ਹੈ, ਨਾ ਘਾਟ ਬਾੜ ਹੋਤ ਹੈ। ਇਹ 10ਵੇਂ ਪਾਤਸ਼ਾਹ ਦਾ ਬਚਨ ਹੈ। ਸੋ 10ਵੇਂ ਗ੍ਰੰਥ ਵਿੱਚ 26 ਅੰਗ ਤੇ ਆਉਂਦਾ। ਫਿਰ ਮਾਤਾ ਜੀ ਨੇ ਕਿਹਾ, ਜੋ ਪ੍ਰੇਮ ਨਾਲ ਪਰਮਾਤਮਾ ਦਾ ਜਸ ਕਥਨ ਕਰਦੇ ਨੇ, ਸੋ ਉਹਨਾਂ ਨੂੰ ਕੀ ਫਲ ਮਿਲਦਾ? ਜੋ ਨਿੰਦਾ ਕਰਦੇ ਨੇ ਉਹਨਾਂ ਨੂੰ ਕੀ ਫਲ ਮਿਲਦਾ? ਕਹਿੰਦੇ ਵੱਡਾ ਨਾ ਹੋਵੇ ਘਾਟ ਨਾ ਜਾਏ। ਮਹਾਰਾਜ ਕਹਿੰਦੇ ਜਿਹੜੇ ਇਨਸਾਨ ਪ੍ਰੇਮ ਨਾਲ ਭਾਵ ਪਰਮਾਤਮਾ ਦੇ ਜਸ ਨੂੰ ਆਖਦੇ ਆ, ਉਹ ਵੱਡਾ ਨਹੀਂ ਹੁੰਦਾ। ਕਿਉਂ ਨਹੀਂ ਹੁੰਦਾ? ਇਹ ਉਲਟ ਗੱਲ ਹੈ। ਉਹ ਵੱਡਾ ਨਹੀਂ ਹੁੰਦਾ? ਨਹੀਂ, ਜ਼ਰੂਰ ਹੁੰਦਾ। ਜੋ ਨਿੰਦਿਆ ਕਰਦਾ ਉਹਦਾ ਜਸ ਘਟ ਨਹੀਂ ਜਾਂਦਾ? ਕਹਿੰਦੇ ਨਹੀਂ, ਜ਼ਰੂਰ ਘਟ ਜਾਂਦਾ, ਉਹਦਾ ਜਸ ਘਟਦਾ ਘਟਦਾ ਘਟ ਜਾਂਦਾ। ਫਿਰ ਮਾਤਾ ਜੀ ਨੇ ਕਿਹਾ, ਜਿਵੇਂ ਕਿਸੇ ਪੁਰਸ਼ ਦਾ ਮਰਨਾ ਨੇੜੇ ਆ ਜਾਵੇ ਤਾਂ ਉਹ ਆਪਣੇ ਮਰਨੇ ਨੂੰ ਸੁਣ ਕੇ ਸੋਗ ਪ੍ਰਗਟ ਕਰਦਾ, ਤਿਵੇਂ ਆਪਣਾ ਮਰਨਾ ਸੁਣ ਕੇ ਪਰਮਾਤਮਾ ਨੂੰ ਵੀ ਸੋਗ ਹੁੰਦਾ ਹੋਵੇਗਾ। ਕਹਿੰਦੇ ਉਹਦਾ ਵੀ ਤਾਂ ਇੱਕ ਦਿਨ ਅੰਤ ਹੁੰਦਾ ਹੋਵੇਗਾ। ਨਾ ਉਹ ਮਰੈ ਨਾ ਹੋਵੇ ਸੋਗ। ਮਾਤਾ ਜੀ, ਨਾ ਉਹ ਪਰਮੇਸ਼ਰ ਮਰਦਾ, ਨਾ ਉਹਨੂੰ ਸੋਗ ਹੁੰਦਾ। ਫਿਰ ਮਾਤਾ ਜੀ ਨੇ ਕਿਹਾ, ਜਿਵੇਂ ਕਿਸੇ ਦਾ ਪਿਤਾ ਚੜ੍ਹਾਈ ਕਰ ਜਾਂਦਾ, ਪੁੱਤਰ ਨੂੰ ਸੋਗ ਹੁੰਦਾ, ਤਿਵੇਂ ਪਰਮੇਸ਼ਰ ਦੇ ਮਰਨ ਕਰਕੇ ਭਗਤ ਜਨਾਂ ਨੂੰ ਸੋਗ ਹੁੰਦਾ ਹੋਵੇਗਾ। ਕਹਿੰਦੇ ਨਾ ਉਹ ਮਰੈ ਨਾ ਹੋਵੇ ਸੋਗ। ਨਾ ਉਹ ਪਰਮੇਸ਼ਰ ਚੜ੍ਹਾਈ ਕਰਦਾ, ਨਾ ਹੀ ਭਗਤ ਜਨਾਂ ਨੂੰ ਸੋਗ ਹੁੰਦਾ। ਫਿਰ ਮਾਤਾ ਜੀ ਨੇ ਬਚਨ ਕੀਤਾ, ਜਿਵੇਂ ਮਨੁੱਖ ਪ੍ਰਸ਼ਾਦ ਬਣਦਾ ਬਣਦਾ ਕਈਆਂ ਨੂੰ ਦੇਣਾ ਭੁੱਲ ਜਾਂਦਾ, ਪਰਮਾਤਮਾ ਵੀ ਸਾਰਿਆਂ ਨੂੰ ਖੁਰਾਕ ਦਿੰਦਾ ਕਿ ਭੁੱਲ ਜਾਂਦਾ ਹੋਵੇਗਾ। ਮਹਾਰਾਜ ਸੱਚੇ ਪਾਤਸ਼ਾਹ ਮੁਸਕਰਾ ਕੇ ਕਹਿਣ ਲੱਗੇ, ਭੋਲੀ ਮਾਤਾ ਜੀ, ਦੇਂਦਾ ਰਹਿ ਨਾ ਚੂਕੈ ਭੋਗ। ਉਹ ਪਰਮਾਤਮਾ ਸਾਰਿਆਂ ਨੂੰ ਖੁਰਾਕ ਦਿੰਦਾ, ਦੇਖ ਲਓ, ਛੱਡਦਾ ਨਹੀਂ ਕਿਸੇ ਨੂੰ, ਪਰ ਭੋਗ ਜਿਹੜਾ ਪਦਾਰਥ ਦਿੰਦਿਆਂ ਚੁੱਕਾ ਹੈ ਨਾ, ਭੁੱਲਦਾ ਨਹੀਂ ਕਿਸੇ ਨੂੰ। ਫਿਰ ਮਾਤਾ ਜੀ ਨੇ ਕਿਹਾ, ਜਿਵੇਂ ਭੰਡਾਰੇ ਵਿੱਚੋਂ ਪਦਾਰਥ ਬਣਦਿਆਂ ਬਣਦਿਆਂ ਮੁੱਕ ਜਾਂਦੇ ਨੇ, ਉਵੇਂ ਸਾਰਿਆਂ ਨੂੰ ਪਦਾਰਥਾਂ ਦੀ ਦਾਤਾਂ ਦਿੰਦਿਆਂ ਪਰਮੇਸ਼ਰ ਦੇ ਭੰਡਾਰੇ ਵਿੱਚੋਂ ਪਦਾਰਥ ਮੁੱਕ ਜਾਂਦੇ ਹੋਣਗੇ। ਫਿਰ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਦਿੰਦਾ ਰਹਿ ਨਾ ਚੂਕੈ ਭੋਗ। ਉਹ ਵਾਹਿਗੁਰੂ ਹਮੇਸ਼ਾ ਸਾਰਿਆਂ ਨੂੰ ਦਾਤਾਂ ਦਿੰਦਾ ਹੀ ਰਹਿੰਦਾ, ਪਰੰਤੂ ਉਹਦੇ ਖਜ਼ਾਨੇ 'ਚੋਂ ਕਦੇ ਭੋਗ ਪਦਾਰਥ ਮੁੱਕਦੇ ਨਹੀਂ। ਫਿਰ ਮਾਤਾ ਜੀ ਨੇ ਬਚਨ ਕੀਤਾ, ਇਹੋ ਜਿਹੇ ਗੁਣ ਕਿਸੇ ਹੋਰ ਵਿੱਚ ਵੀ ਹਨ ਜਾਂ ਨਹੀਂ? ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਇਹ ਮਾਤਾ ਜੀ, ਇਹੋ ਜਿਹਾ ਗੁਣ ਹੋਰ ਕਿਸੇ 'ਚ ਨਹੀਂ। ਪਰਮੇਸ਼ਰ ਜਿਹਾ ਨਾ ਕੋਈ ਪਿੱਛੇ ਸੀ, ਨਾ ਕੋਈ ਅੱਗੇ ਹੋਵੇਗਾ। ਸੋ ਇਸ ਕਰਕੇ ਉਹ ਸਭ ਤੋਂ ਵੱਡਾ ਹੈ। ਜੇ ਵਡਿਆਪੇ ਤੇ ਵਡ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ।
ਹੁਣ ਜਿੱਡਾ ਵੱਡਾ ਉਹ ਪ੍ਰਮਾਤਮਾ ਆਪ ਹੈ, ਉਨੀਆਂ ਹੀ ਵੱਡੀਆਂ ਉਹਦੀਆਂ ਦਾਤਾਂ ਨੇ। ਕਿਹੜੀਆਂ ਦਾਤਾਂ? ਜਿਸ ਪਰਮੇਸ਼ਰ ਨੇ ਕਾਰ ਵਿਹਾਰ ਲਈ ਦਿਨ ਬਣਾ ਕੇ ਫਿਰ ਜੀਵਾਂ ਦੇ ਆਰਾਮ ਕਰਨ ਲਈ ਰਾਤ ਬਣਾਈ ਹੈ। ਜੇ ਕੇਵਲ ਦਿਨ ਹੀ ਰਹਿੰਦਾ ਤਾਂ ਲੋਕਾਂ ਨੇ ਧੰਦਿਆਂ ਵਿੱਚ ਹੀ ਮਰ ਜਾਣਾ ਸੀ। ਜੇ ਰਾਤ ਹੀ ਰਹਿੰਦੀ ਤਾਂ ਅੰਧ ਧੁੰਦ ਵਿੱਚ ਹੀ ਵਿਆਕਲ ਹੋ ਜਾਣਾ ਸੀ। ਪਰ ਇੱਕ ਗੱਲ ਹੈ ਕਿ ਆਪਾਂ ਨੂੰ ਮਾਲਕ ਨੂੰ ਭੁਲਾਉਣਾ ਨਹੀਂ ਚਾਹੀਦਾ। ਖਸਮ ਵਿਸਾਰ ਹੈ ਤੇ ਕਮਜਾਤ, ਨਾਨਕ ਨਾਵੈ ਬਾਜ ਸਨਾਤ। ਮਾਤਾ ਜੀ, ਜਿਹੜੇ ਐਸੇ ਖਸਮ ਤੋਂ ਭਾਵ ਪ੍ਰਮਾਤਮਾ ਮਾਲਕ ਨੂੰ ਜਿਹੜੇ ਬੰਦੇ ਭੁਲਾ ਦਿੰਦੇ ਨੇ, ਉਹ ਨੀਵੀਂ ਜਾਤੀ ਵਾਲੇ ਵੀ ਨੇ। ਸੋ ਉਹ ਨੀਵੀਂ ਜਾਤੀ ਵਾਲੇ ਨੇ। ਮਹਾਰਾਜ ਕਥਨ ਕਰਦੇ ਨੇ ਕਿ ਪਰਮੇਸ਼ਰ ਦੇ ਨਾਮ ਜਪੇ ਤੋਂ ਬਿਨਾਂ ਇਹ ਜੀਵ ਜਿਹੜਾ ਹੈ ਸਨਾਤ, ਸੋ ਸਨਾਤ ਕਹੀਏ ਭੂਤਨਾ ਹੋ ਰਿਹਾ, ਬੇਤਾਲਾ ਹੋ ਰਿਹਾ। ਜਿਹੜੇ ਖਸਮ ਨੂੰ ਵਿਸਾਰਦੇ ਨੇ ਉਹ ਨੀਵੀਆਂ ਜਾਤਾਂ, ਭਾਵ ਕਈ ਲੋਕ ਕਹਿੰਦੇ ਫਲਾਨਾ ਨੀਵੀਂ ਜਾਤ ਵਾਲਾ, ਉਹ ਨਹੀਂ ਨੀਵੀਂ ਜਾਤ ਵਾਲਾ। ਨੀਵੀਂ ਜਾਤ ਕਿਹਦੀ ਆ? ਜਿਹੜਾ ਉੱਚੀ ਜਾਤ ਵਾਲਾ ਹੋ ਕੇ ਐਵੇਂ ਐਸ਼ੋ ਪ੍ਰਸਤੀ ਕਰਦਾ, ਖਾਣੇ ਪੀਣੇ ਮਾੜੇ ਕਰਦਾ, ਪੁੱਠੇ ਕੰਮ ਕਰਦਾ, ਉਹ ਨੀਵੀਂ ਜਾਤ ਹੈ। ਜੇ ਨੀਵੀਂ ਜਾਤ ਹੋ ਗਏ, ਉਹ ਆਤੇ ਉੱਤਮ ਗਨੋ ਚੰਡਾਲਾ, ਨਾਨਕ ਜੇ ਮਨ ਬਸੈ ਗੋਪਾਲਾ। ਜਿਹੜਾ ਨੀਵੀਂ ਜਾਤ ਵਾਲਾ ਨਾਮ ਜਪਦਾ ਉਹਦੀ ਜਾਤ ਵੱਡੀ ਹੁੰਦੀ ਹੈ। ਜਿਹੜਾ ਵੱਡੀ ਜਾਤ ਵਾਲਾ ਕਮਜਾਤੀਆਂ ਕਰਦਾ, ਪੁੱਠੇ ਕੰਮ ਕਰਦਾ, ਉਹ ਨੀਵਾਂ ਹੈ। ਉਹ ਕੋਈ ਨਹੀਂ ਕਹਿੰਦਾ ਇਹ ਕਿ ਫਲਾਨੀ ਜਾਤ ਦਾ। ਲੋਕ ਕਹਿੰਦੇ ਆ ਸ਼ਰਾਬੀ ਡਿੱਗਿਆ ਪਿਆ। ਆਸਾ ਮਹੱਲਾ ਪਹਿਲਾ। ਸੋ ਗੁਰਸਿੱਖਾਂ ਨੇ ਬੇਨਤੀ ਕੀਤੀ, ਹੇ ਪ੍ਰਭੂ, ਜੇ ਕੁਝ ਮੰਗਣਾ ਹੋਵੇ ਸਤਿਗੁਰੂ ਮਹਾਰਾਜ ਤਾਂ ਕਿਸ ਪਾਸੋਂ ਮੰਗਣਾ ਕਰੀਏ? ਤਾਂ ਗੁਰੂ ਮਹਾਰਾਜ ਨੇ ਬਚਨ ਕੀਤਾ, ਪਹਿਲੇ ਤਾਂ ਕਿਸੇ ਕੋਲੋਂ ਮੰਗਣਾ ਹੀ ਨਹੀਂ ਚਾਹੀਦਾ। ਜੇ ਮੰਗਣ ਦੀ ਆਦਤ ਹੋਵੇ ਤਾਂ ਪਰਮੇਸ਼ਰ ਕੋਲੇ ਮੰਗਣਾ ਕਰੇ। ਜੇ ਦਰ ਮੰਗਤ ਕੂਕ ਕਰੇ, ਮਹਿਲੀ ਖਸਮ ਸੁਣੇ, ਭਾਵੈ ਧੀਰਕ ਭਾਵੈ ਧੱਕੇ, ਏਕ ਵਡਾਈ ਦੇ। ਕਹਿੰਦੇ ਜਿਹੜਾ ਕੋਈ ਪੁਰਸ਼ ਕਿਸੇ ਦਰਵਾਜ਼ੇ ਤੇ ਜਾ ਕੇ ਕੂਕ ਕਰੇ ਹੁੰਦਾ, ਉੱਚੀਆਂ ਫਰਿਆਦਾਂ ਕਰਕੇ ਮੰਗਣਾ ਕਰਦਾ, ਤੇ ਮਹਿਲੀ ਹੁੰਦਾ ਮੰਦਰਾਂ ਵਾਲਾ ਮਾਲਕ, ਉਹਨਾਂ ਫਰਿਆਦਾਂ ਨੂੰ ਸੁਣਦਾ। ਹੁਣ ਇਹ ਉਹਦੀ ਮਰਜ਼ੀ ਹੈ ਕਿ ਭਾਵੇਂ ਉਹ ਧੀਰਜ ਦੇਵੇ, ਧੀਰਕ ਹੁੰਦਾ ਧੀਰਜ ਦੇਵੇ, ਭਾਵੇਂ ਉਹ ਧੱਕੇ ਦੇਵੇ। ਹੁਣ ਜੇ ਤਾਂ ਉਹ ਭਲਾ ਲੋਕ ਹੋਵੇਗਾ ਤਾਂ ਧੀਰਜ ਦੇਵੇਗਾ ਕਿ ਠਹਿਰ ਜਾ ਭਾਈ, ਲੈ ਕੇ ਜਾਈ, ਤੈਨੂੰ ਦਿੰਦਾ। ਜੇ ਲੜਾਕਾ ਜਿਹਾ ਹੋਵੇਗਾ ਧੱਕੇ ਮਾਰ ਕੇ ਬਾਹਰ ਕੱਢ ਦਿੰਦਾ ਹੋਵੇਗਾ। ਸੋ ਇਸ ਪ੍ਰਕਾਰ ਜੇਕਰ ਪਰਮੇਸ਼ਰ ਪਾਸੋਂ ਮੰਗੇਗਾ ਤਾਂ ਉਹ ਇੱਕ ਵਡਿਆਈ ਦੇਵੇਗਾ। ਇਸੇ ਤੇ ਕਿਹਾ ਕਿ ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨ, ਦੇਵਨ ਕਉ ਏਕੈ ਭਗਵਾਨ। ਕਰਮਾਂ ਅਨੁਸਾਰ ਭਾਵੇਂ ਧੀਰਕ ਸੁਖ ਦੇਵੇ, ਭਾਵੇਂ ਧੱਕੇ ਦੁੱਖ ਦੇਵੇ, ਸੋ ਇੱਕ ਵਡਿਆਈ ਤਾਂ ਜ਼ਰੂਰ ਹੀ ਦੇਵੇਗਾ। ਧੱਕਿਆਂ ਨੂੰ ਵਡਿਆਈ ਕਿਉਂ ਕਿਹਾ ਜੀ? ਕਹਿੰਦੇ ਇਸ ਪ੍ਰਕਾਰ। ਸੋ ਇਹ ਸਮਝਾਉਣ ਲਈ ਸਾਖੀ ਲਾਉਣੀ ਪੈਣੀ ਆ। ਜਿਸ ਵੇਲੇ ਲੈਲਾ ਨੇ ਫਕੀਰਾਂ ਨੂੰ ਦਾਨ ਵੰਡਿਆ ਤਾਂ ਸਭ ਫਕੀਰ ਆਪੋ ਆਪਣੇ ਲੋਟੇ ਭਰ ਭਰ ਕੇ ਲਿਆਉਂਦੇ ਸਨ। ਇੱਕ ਜਾਂਦੇ ਫਕੀਰ ਨੂੰ ਮਾਈਨੂੰ ਨੇ ਕਿਹਾ, ਮੇਰਾ ਵੀ ਲੋਟਾ ਲੈ ਕੇ ਭਰਾ ਲਿਆ। ਉਹ ਫਕੀਰ ਦੋਵੇਂ ਲੋਟੇ ਲੈ ਕੇ ਚਲਿਆ ਗਿਆ। ਜਦ ਲੈਲਾ ਪਾਸ ਜਾ ਕੇ ਆਪਣਾ ਲੋਟਾ ਭਰਾਇਆ ਤਾਂ ਨਾਲ ਹੀ ਦੂਜਾ ਲੋਟਾ ਵੀ ਅੱਗੇ ਕਰ ਦਿੱਤਾ ਅਤੇ ਕਿਹਾ ਕਿ ਮਜਨੂ ਦਾ ਹੈ। ਲੈਲਾ ਨੇ ਮਜਨੂ ਦਾ ਨਾਮ ਸੁਣ ਕੇ ਉਸੇ ਵੇਲੇ ਲੋਟਾ ਭੰਨ ਦਿੱਤਾ। ਫਕੀਰ ਨੇ ਵਾਪਸ ਆ ਕੇ ਮਜਨੂ ਨੂੰ ਕਿਹਾ ਕਿ ਜਿਸ ਲੈਲਾ ਦਾ ਤੂੰ ਆਸ਼ਿਕ ਹੈ ਉਹ ਤੇਰੀ ਪਰਵਾਹ ਹੀ ਨਹੀਂ, ਉਹਨੇ ਤਾਂ ਤੇਰਾ ਠੂਠਾ ਭੰਨ ਦਿੱਤਾ। ਇਹ ਗੱਲ ਸੁਣ ਕੇ ਮਜਨੂ ਨੱਚਣ ਲੱਗ ਪਿਆ। ਫਕੀਰ ਨੇ ਕਿਹਾ, ਬਾਵਰਿਆ, ਤੈਨੂੰ ਤਾਂ ਸਗੋਂ ਅਫਸੋਸ ਕਰਨਾ ਚਾਹੀਦਾ, ਤੂੰ ਨੱਚਦਾ ਕਿਉਂ ਹੈ? ਤਾਂ ਮਜਨੂ ਨੇ ਕਿਹਾ, ਭਾਵੇਂ ਉਹਨੇ ਮੇਰਾ ਠੂਠਾ ਭੰਨ ਦਿੱਤਾ, ਪਰ ਮੈਂ ਉਹਨੂੰ ਯਾਦ ਤਾਂ ਹੈ ਵੀ ਉਹਨੂੰ ਪਤਾ ਹੈ ਕਿ ਮੈਂ ਕੌਣ ਹਾਂ। ਇਸੇ ਤਰ੍ਹਾਂ ਪਰਮੇਸ਼ਰ ਚਾਹੇ ਦੁੱਖ ਵੀ ਦੇਵੇ ਤਾਂ ਵੀ ਸਾਨੂੰ ਵਡਿਆਈ ਹੋਈ ਪ੍ਰਤੀਤ ਹੁੰਦੀ। ਯਾਦ ਤਾਂ ਹੈ ਨਾ, ਦੁੱਖ ਤਾਂ ਦੇ ਰਿਹਾ ਕਿ ਅਸੀਂ ਉਹਨੂੰ ਯਾਦ ਤਾਂ ਹੈਗੇ ਨਾ। ਰੱਬ ਦੇ ਪਿਆਰੇ ਉਲਟ ਗੱਲ ਬਣਾ ਲੈਣ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਦਾ। ਉਹ ਕਹਿੰਦੇ ਬਸ ਠੀਕ ਆ, ਦੁੱਖ ਦੇ ਰਿਹਾ ਤਾਂ ਮਲ ਹੈਗਾ ਤੂੰ, ਸੁੱਖ ਦੇ ਰਿਹਾ ਤਾਂ ਵੀ ਮੈਂ ਮੰਨਦਾ ਤੇਰੀ ਨਿਗਾਹ ਮੇਰੇ ਤੇ, ਜੇ ਦੁੱਖ ਦੇ ਰਿਹਾ ਤਾਂ ਵੀ ਤੇਰੀ ਨਿਗਾਹ ਮੇਰੇ ਤੇ। ਬਸ ਰੱਬ ਦੇ ਪਿਆਰੇ ਉਹ ਭਾਣੇ ਵਿੱਚ ਰਜਾ ਵਿੱਚ ਰਾਜੀ ਰਹਿੰਦੇ ਨੇ। ਜਾਣਹੁ ਜੋਤ ਨਾ ਪੁੱਛੋ ਜਾਤੀ, ਆਗੈ ਜਾਤ ਨਾ ਹੈ ਰਹਾਉ। ਐਸੇ ਜੋਤੀ ਪਰਮੇਸ਼ਰ ਨੂੰ ਗੁਰਾਂ ਦੁਆਰੇ ਜਾਣਨਾ ਕਰੇ ਭਾਈ, ਕਿਉਂਕਿ ਗੁਰਾਂ ਦੀ ਜਿਹੜੀ ਜਾਤੀ ਕੁਜਾਤੀ ਨਾ ਪੁੱਛਣਾ ਕਰੇ, ਕਿਉਂਕਿ ਅੱਗੇ ਪਰਲੋਕ ਜਾਤੀ ਦੇ ਨਾਲ ਨਹੀਂ ਜਾਣਾ। ਅੱਗੇ ਜਾਤੀ ਦਾ ਹੈ ਤੋਂ ਭਾਵ ਹੁੰਦਾ ਤਿਆਗ ਹੈ, ਰਹਾਉ। ਵਿਸ਼ਰਾਮ ਦੇ ਕੇ ਕਹਿੰਦੇ ਨੇ, ਆਪ ਕਰਾਏ ਆਪ ਕਰੇ, ਆਪ ਉਲਾਮੇ ਚਿੱਤ ਧਰੇ। ਕਿਸੇ ਵੇਲੇ ਆਪ ਉਤਪੰਨ ਕਰਦਾ, ਕਿਸੇ ਵੇਲੇ ਬ੍ਰਹਮਾ ਪਾਸੋਂ ਆਪ ਉਤਪੰਨ ਕਰਾਉਂਦਾ ਹੈ। ਆਪ ਹੀ ਜੀਵਾਂ ਪਾਸੋਂ ਕਰਮ ਕਰਾਉਂਦਾ। ਬ੍ਰਹਮਾ ਦੇ ਵਿੱਚ ਕਿਹੜਾ ਹੋਰ ਕੋਈ ਜੋਤ ਆ? ਬ੍ਰਹਮਾ ਵਿੱਚ ਤਾਂ ਆਪ ਬੈਠਾ। ਉਹੀ ਉਹਲਾ ਜਿਹਾ ਪਾਇਆ ਹੋਇਆ ਸਾਨੂੰ ਕਿ ਬ੍ਰਹਮਾ ਪੈਦਾ ਕਰਦਾ। ਬ੍ਰਹਮਾ ਵਿੱਚ ਵੀ ਤਾਂ ਆਪ ਹੀ ਤੁਹਾਡੀ ਹੋਈ ਜੋਤ ਹੈ, ਤੇ ਵਿਸ਼ਨੂੰ ਵਿੱਚ ਵੀ ਤਾਂ ਤੁਸੀਂ ਬਹਿ ਕੇ ਸਾਰਿਆਂ ਨੂੰ ਜੀਆਂ ਨੂੰ ਵੰਡਦੇ ਹੋ ਸਭ ਕੁਝ, ਰੋਜੀ ਰੋਟੀ। ਸ਼ਿਵ ਜੀ ਵਿੱਚ ਬਹਿ ਕੇ ਵੀ ਤਾਂ ਤੁਸੀਂ ਇਸ ਸੰਸਾਰ ਦੀ ਲੈਤਾ ਕਰਦੇ ਹੋ।
ਉਹ ਤਾਂ ਇੱਕ ਸਾਨੂੰ ਭੁਲੇਖਾ ਪਾਉਂਦੇ ਹੋ, ਇਹਨਾਂ ਦੇ ਪਿੱਛੇ ਕੌਣ ਆ, ਉਹ ਵੇਖਾ ਉਹਨਾਂ ਨਦਰ ਨਾ ਆਵੈ, ਬਹੁਤਾ ਇਹੋ ਵਡਾਣ। ਸੋ ਆਪ ਹੀ ਜੀਵਾਂ ਪਾਸੋਂ ਕਰਮ ਕਰਾਉਂਦਾ, ਆਪ ਹੀ ਉਹਨਾਂ ਕਰਮਾਂ ਦਾ ਫਲ ਦੇਣਾ ਕਰਦਾ ਹੈ। ਆਪ ਉਲਾਂਭੇ ਚਿੱਤ ਤਰੇ, ਆਪ ਹੀ ਗੁਰੂ ਰੂਪ ਹੋ ਕੇ ਜਿਗਿਆਸੂਆਂ ਦੇ ਉਲਾਂਭੇ ਚਿੱਤ ਵਿੱਚ ਧਾਰਦਾ। ਜਾਂ ਤੂੰ ਕਰਨਹਾਰ ਕਰਤਾਰ, ਕਿਆ ਮੋਹਤਾਜੀ ਕਿਆ ਸੰਸਾਰ। ਹੇ ਕਰਤਾਰ, ਜਾਂ ਤੂੰ ਹੀ ਸਭ ਕੁਝ ਕਰਨੇ ਵਾਲਾ ਹੈ, ਤਾਂ ਕਿਸੇ ਦੀ ਮੁਹਤਾਜੀ ਕਿਵੇਂ ਹੋ ਸਕਦੀ ਹੈ, ਅਤੇ ਸੰਸਾਰ ਕੀ ਹੈ। ਆਪ ਪਾਏ ਆਪੇ ਦੇ, ਆਪੇ ਦੁਰਮਤ ਮਨਹਿ ਕਰੇ। ਆਪ ਹੀ ਜੀਵਾਂ ਦੀ ਉਤਪਤੀ ਕਰਦਾ, ਫਿਰ ਆਪ ਹੀ ਖਾਣ ਪਾਣ ਦਿੰਦਾ, ਆਪ ਹੀ ਦੁਰਮਤ ਖੋਟੀ ਬੁੱਧੀ ਨੂੰ ਹਟਾਉਣਾ ਕਰਦਾ। ਸੋ ਇਹ ਹੁਣ ਮੇਰੇ ਸਾਹਮਣੇ ਅੱਖਰ ਆਇਆ, ਆਪੇ ਦੁਰਮਤ ਮਨਹਿ ਕਰੇ। ਇਹ ਜੇ 3 ਅੱਖਰ ਨੇ, ਆਪੇ ਮਾਇਆ ਮਨਹਿ ਕਰੇ। ਸੋ ਇਸ ਪ੍ਰਕਾਰ ਇਹ ਤੀਜੇ ਪਾਤਸ਼ਾਹ ਨੇ ਲਿਖਿਆ। ਇੱਥੇ ਮਹਾਰਾਜ ਪਹਿਲੇ ਪਾਤਸ਼ਾਹ ਕਹਿੰਦੇ ਆਪੇ ਦੁਰਮਤ ਮਨਹਿ ਕਰੇ। ਸੋ ਆਪ ਹੀ ਵਾਹਿਗੁਰੂ ਦੁਰਮਤ ਨੂੰ ਮਨਾ ਕਰਦਾ, ਕਹਿੰਦਾ ਹੁਣ ਨਾ ਜਾਈ ਇਹਦੇ ਕੋਲੇ, ਬਸ ਉਹੀ ਦੁਰਮਤ ਨੂੰ ਹੀ ਹਟਾਉਂਦਾ। ਮਾਇਆ ਨੂੰ ਵੀ ਉਹ ਹੁਕਮ ਕਰਦਾ, ਹੁਣ ਇੱਧਰ ਨਾ ਜਾਈ। ਵਿਕਾਰਾਂ ਨੂੰ ਵੀ ਕਹਿ ਦਿੰਦੇ ਨੇ, ਹੁਣ ਬਸ ਇਹਨੂੰ ਤੰਗ ਨਹੀਂ ਕਰਨਾ, ਅਸੀਂ ਪਰਖ ਲਿਆ ਇਹਨੂੰ ਬਹੁਤ। ਸੋ ਇਸ ਕਰਕੇ ਕਹਿੰਦੇ ਗੁਰਪ੍ਰਸਾਦ ਵਸੈ ਮਨ ਆਏ, ਦੁੱਖ ਹਨੇਰਾ ਵਿੱਚੋਂ ਜਾਏ। ਉਹ ਗੁਰਾਂ ਦੀ ਕਿਰਪਾ ਨਾਲ ਮਨ ਵਿੱਚ ਆ ਕੇ ਵਸਦਾ, ਗੁਰਾਂ ਦੀ ਕਿਰਪਾ ਨਾਲ ਹੀ ਦੁੱਖਦਾਈ ਗਿਆਨ ਰੂਪੀ ਹਨੇਰਾ ਹਿਰਦੇ ਚੋਂ ਚਲਿਆ ਜਾਂਦਾ। ਸਾਚ ਪਿਆਰਾ ਆਪ ਕਰੇ, ਅਵਰੀ ਕਉ ਸਾਚ ਨਾ ਦੇ। ਪਰਮੇਸ਼ਰ ਨੇ ਆਪ ਹੀ ਸੱਚਾ ਨਾਮ ਪਿਆਰਾ ਭਾਵ ਮਹਿੰਗਾ ਕੀਤਾ ਹੋਇਆ ਜਾਣ ਕੇ। ਜਿਵੇਂ ਦਲਾਲ ਵੀ ਜਦ ਕੋਈ ਚੀਜ਼ ਮਹਿੰਗੀ ਹੋ ਜਾਵੇ ਤਾਂ ਆਖਦੇ ਅੱਜ ਕੱਲ੍ਹ ਚੀਜ਼ ਪਿਆਰੀ ਹੋ ਗਈ, ਭਾਵ ਮਹਿੰਗੀ ਹੋ ਗਈ ਹੈ। ਰੱਬ ਨੇ ਜਾਣ ਕੇ ਨਾਮ ਮਹਿੰਗਾ ਰੱਖਿਆ ਕਹਿੰਦੇ। ਸੋ ਇਸ ਕਰਕੇ ਅਵਰੀ ਹੁੰਦਾ ਝੱਲਿਆਂ ਪੁਰਸ਼ਾਂ ਨੂੰ ਆਪਣਾ ਸੱਚ ਨਾਮ ਜਪਣਾ ਨਹੀਂ ਦਿੰਦਾ, ਕਹਿੰਦੇ ਇਹਨੂੰ ਨਹੀਂ ਦੇਣਾ ਨਾਮ, ਇਹ ਤੋਂ ਨਹੀਂ ਜਪਾਉਣਾ ਆਪਾਂ ਨੇ। ਤਰਲੋਚਨ ਬ੍ਰਾਹਮਣ ਨੂੰ ਦਿੱਤਾ, ਧੰਨੇ ਨੂੰ ਬਖਸ਼ਿਸ਼ ਕਰ ਦਿੱਤੀ। ਜੇ ਕਿਸੈ ਦੇ ਵਖਾਣੈ, ਨਾਨਕ ਆਗੈ ਪੂਛ ਨਾ ਲੇ। ਵਖਾਣੈ ਨਾਨਕ ਤੋਂ ਭਾਵ ਗੁਰੂ ਸਾਹਿਬ ਜੀ ਕਥਨ ਕਰਦੇ ਨੇ। ਕਥਨ ਇਸ ਪ੍ਰਕਾਰ ਕਰਦੇ ਵੀ ਜੇ ਪ੍ਰਮਾਤਮਾ ਕਿਸੇ ਨੂੰ ਨਾਮ ਜਪਣਾ ਦਿੰਦਾ ਨਾ, ਤਾਂ ਬਸ ਸਮਝ ਲਓ ਗੱਲ ਬਣ ਗਈ ਉਹਦੀ। ਤਾਂ ਉਸ ਪਾਸੋਂ ਫਿਰ ਆਗੈ ਪਰਲੋਕ 'ਚ ਹਿਸਾਬ ਨਹੀਂ ਪੁੱਛਦਾ, ਇਹੀ ਬਖਸ਼ਿਸ਼ ਕਰਦਾ ਵੱਡੀ। ਆਸਾ ਮਹੱਲਾ ਪਹਿਲਾ। ਸੋ ਕਿਸੇ ਸਮੇਂ ਰਾਸ ਪਈ ਤਾਂ ਲੋਕਾਂ ਨੇ ਆ ਕੇ ਕਿਹਾ ਆਪ ਰਾਸ ਦੇਖੋ, ਤਾਂ ਗੁਰੂ ਸਾਹਿਬ ਜੀ ਨੇ ਕਿਹਾ ਪ੍ਰਤੱਖ ਰਾਸਾਂ ਕੀ ਦੇਖਣੀਆਂ, ਸਾਰਾ ਸੰਸਾਰ ਹੀ ਰਾਸ ਰੂਪ ਹੈ। ਹੁਣ ਰਾਸ ਦਾ ਰੂਪ ਅਲੰਕਾਰ ਸੁਣੋ, ਰੂਪੰਗ ਅਲੰਕਾਰ ਦੱਸਦੇ ਨੇ। ਤਾਲ ਮਦੀਰੇ ਘਟ ਕੇ ਘਾਟ, ਦੋਲਕ ਦੁਨੀਆ ਵਾਜਹਿ ਵਾਜ। ਘਟ ਕੇ ਘਾਟ ਦਾ ਮਤਲਬ ਹਿਰਦੇ ਰੂਪੀ ਸਥਾਨ ਵਿੱਚ ਆਸਾ ਤ੍ਰਿਸ਼ਨਾ ਰੂਪੀ ਤਾਲ ਹੁੰਦਾ, ਕੈਂਸੀਆਂ ਵੱਜ ਰਹੀਆਂ ਨੇ, ਅਤੇ ਸੰਕਲਪਾਂ ਵਿਕਲਪਾਂ ਰੂਪੀ ਰਾਗ ਦਵੈਸ਼ ਰੂਪੀ ਮਦੀਰੇ ਹੁੰਦੇ, ਛੈਣੇ ਖੜਕ ਰਹੇ ਨੇ। ਸੋ ਇਸ ਪ੍ਰਕਾਰ ਦੁਨੀਆ ਰੂਪੀ ਜਿਹੜਾ ਹੈ ਨਾ, ਹੋਰ ਕੀ ਵੱਜ ਰਿਹਾ, ਦੋਲਕ ਹੁੰਦਾ, ਢੋਲਕ ਦਾ ਵਾਜਾ ਵੱਜ ਰਿਹਾ। ਸੋ ਇਸੇ ਪ੍ਰਕਾਰ ਜਿਹੜਾ ਹੈ ਸੰਸਾਰ ਦੇ ਅੰਦਰ ਦੁਨੀਆ ਵਿੱਚ ਦਵੈਤ ਰੂਪੀ ਢੋਲ ਦਾ ਵਾਜਾ ਵੱਜ ਰਿਹਾ। ਤਾਂ ਫਿਰ ਇਸੇ ਤਰ੍ਹਾਂ ਹੀ ਕਹਿੰਦੇ ਨੇ ਨਾਰਦ ਨਾਚੈ ਕਲ ਕਾ ਭਾਉ, ਜਤੀ ਸਤੀ ਕਹਿ ਰਾਖੈ ਪਾਉ। ਕਲਯੁਗ ਦਾ ਜਿਹੜਾ ਭਾਉ ਹੈ, ਪ੍ਰਕਾਰ ਹੈ, ਇਸ ਪ੍ਰਕਾਰ ਹੈ ਕਲਯੁਗ। ਇਹੀ ਨਾਰਦ ਮੁਨੀ ਨੱਚ ਰਿਹਾ ਮਨ ਨੂੰ। ਕਲਯੁਗ ਦੇ ਭਾਉ ਪ੍ਰਕਾਰ ਵਿੱਚ ਜਿਹੜਾ ਮਨ ਨੱਚ ਰਿਹਾ ਹੈ, ਇਹੀ ਨਾਰਦ ਮੁਨੀ ਨੱਚ ਰਿਹਾ ਹੈ। ਐਸੀ ਰਾਸ ਵਿੱਚ ਜਤੀ ਤੇ ਸਤਵਾਦੀ ਪੁਰਸ਼ ਆਪਣੇ ਮਨ ਬੁੱਧੀ ਰੂਪੀ ਪੈਰਾਂ ਨੂੰ ਕਿੱਥੇ ਰੱਖ ਸਕਦੇ ਹਨ। ਨਾਨਕ ਨਾਮ ਵਿਟੋਂ ਕੁਰਬਾਨ, ਅੰਧੀ ਦੁਨੀਆ ਸਾਹਿਬ ਜਾਣ ਰਹਾਓ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਅਸੀਂ ਨਾਮ ਤੋਂ ਬਲਿਹਾਰ ਜਾਈਏ, ਨਾਮ ਵਿਟੋਂ ਕੁਰਬਾਨ। ਨਾਮ ਜਪਣ ਵਾਲਿਆਂ ਤੋਂ ਅਸੀਂ ਬਲਿਹਾਰ ਜਾਂਦੇ ਹਾਂ। ਇਹ ਦੁਨੀਆ ਤਾਂ ਸਾਹਿਬ ਦੇ ਜਾਣਨ ਵੱਲੋਂ ਕਹਿੰਦੇ ਅੰਨੀ ਹੋ ਰਹੀ, ਅੰਧੀ ਦੁਨੀਆ ਸਾਹਿਬ ਜਾਣ। ਸਾਹਿਬ ਦੇ ਜਾਣਨ ਵੱਲੋਂ ਕਹਿੰਦੇ ਇਹ ਅੰਨੀ ਦੁਨੀਆ ਤੂੰ ਸਾਹਿਬ ਨੂੰ ਜਾਣਨਾ ਕਰ ਭਾਈ। ਫਿਰ ਬੇਨਤੀ ਕੀਤੀ ਹੈ ਕਿ ਆਪ ਜੀ ਨੇ ਕਿਹਾ ਕਿ ਨਾਰਦ ਨਾਚਾ ਕਲ ਕਾ ਭਾਉ, ਇਹ ਤੇ ਆਪ ਕਲਯੁਗ ਦਾ ਪ੍ਰਕਾਰ ਦੱਸੋ। ਸੋ ਇਹ ਗੱਲ ਸੁਣ ਕੇ ਮਹਾਰਾਜ ਸੱਚੇ ਪਾਤਸ਼ਾਹ ਕਲਯੁਗ ਦਾ ਪ੍ਰਕਾਰ ਦੱਸਦੇ ਹਨ। ਗੁਰੂ ਪਾਸੋਂ ਫਿਰ ਚੇਲਾ ਖਾਏ, ਤਾਮ ਪ੍ਰੀਤ ਵਸੈ ਮਨ ਵਸੈ ਕਰ ਆਏ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦੇਖੋ ਕਲਯੁਗ ਦਾ ਪ੍ਰਕਾਰ ਰੀਤੀ ਇਹਦੀ ਕਿਹਾ ਜਾ ਕਲਯੁਗ ਹੈ, ਕਿਸ ਪ੍ਰਕਾਰ ਦਾ ਹੈ। ਕਹਿੰਦੇ ਫਿਰ ਗੁਰਾਂ ਪਾਸੋਂ ਚੰਗੇ ਚੰਗੇ ਪਦਾਰਥ ਚੇਲਾ ਖਾਵੇ। ਤਾਮ ਫਿਰ ਕਹਿੰਦੇ ਫਿਰ ਤਾਮ ਹੁੰਦਾ ਭੋਜਨ ਦੀ ਪ੍ਰੀਤੀ ਕਰਕੇ ਚੇਲਾ ਗੁਰਾਂ ਦੇ ਘਰ ਵਿੱਚ ਆ ਕੇ ਵਸਦਾ। ਜੇਕਰ ਖਾਣ ਪੀਣ ਨੂੰ ਕੋਈ ਨਾ ਮਿਲੇ ਤਾਂ ਚੇਲਾ ਗੁਰੂ ਦੇ ਨੇੜੇ ਹੀ ਨਹੀਂ ਆਉਂਦਾ। ਕਲਯੁਗ ਦੀ ਰੀਤੀ ਆ, ਨਾਮ ਨੂੰ ਤਾਂ ਘੱਟ ਹੀ ਮੰਨਦੇ, ਲੰਗਰਾਂ ਤੇ ਹੀ ਜ਼ਿਆਦਾ ਢੇਰ ਲੱਗਿਆ ਹੁੰਦਾ। ਰਹਾਓ ਵਿਸ਼ਰਾਮ ਦੇ ਕੇ ਕਹਿੰਦੇ 350 ਅੰਗ ਤੇ ਪੰਕਤੀ ਅਗਲੀ। ਜੇ 100 ਵਰਿਆਂ ਜੀਵਨ ਖਾਣ, ਖਸਮ ਪਛਾਣੈ ਸੋ ਦਿਨ ਪਰਵਾਣ।
ਕਹਿੰਦੇ ਜੇ ਚੇਲਾ ਗੁਰਾਂ ਪਾਸ ਰਹਿ ਕੇ ਸੈਂਕੜੇ ਵਾਲੇ ਪਦਾਰਥ ਖਾਂਦਾ ਤੇ ਜਿਉਂਦਾ ਰਹੇ ਤਾਂ ਉਹਦਾ ਸਭ ਬੇਅਰਥੀ, ਐਵੇਂ ਹੀ ਖਾਈ ਜਾਣਾ ਖਾਈ ਜਾਣਾ ਖਾਈ ਜਾਣਾ। ਅੱਜ ਬਸ ਮਹਾਂਪੁਰਖਾਂ ਕੋਲ ਮਠਿਆਈ ਆਈ ਆ, ਅੱਜ ਗੁਰਦੁਆਰੇ 'ਚ ਆਹ ਚੀਜ਼ ਬਣੀ ਹੈ, ਇਹਦੇ ਨਾਲ ਕੀ ਹੋ ਜੂ? ਗੁਰਦੁਆਰੇ ਮਠਿਆਈਆਂ ਖਾਣ ਆਉਣਾ, ਆਪਾਂ ਘਰੇ ਨਹੀਂ ਖਰੀਦ ਕੇ ਖਾ ਸਕਦੇ? ਜਾਂ ਹੋਰ ਥਾਵਾਂ ਦੇ ਉੱਤੇ ਮਹਾਰਾਜ ਕਹਿੰਦੇ ਚੇਲੇ ਦੇ ਲਈ ਉਹ ਦਿਨ ਪ੍ਰਮਾਣਿਕ ਹੈ ਜਿਸ ਦਿਨ ਗੁਰਾਂ ਨੂੰ ਖਸਮ ਰੂਪ ਕਰਕੇ ਪਛਾਣੂਗਾ ਵੀ ਮੇਰਾ ਮਾਲਕ ਇਹ ਆ, ਅਕਾਲ ਪੁਰਖ ਹੈ, ਮੇਰਾ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ। ਗੁਰਾਂ ਦੁਆਰੇ ਜਿਹੜਾ ਖਸਮ ਪਰਮਾਤਮਾ ਨੂੰ ਪਛਾਣੇ। ਹੁਣ ਕਲਯੁਗੀ ਗੁਰਾਂ ਦੇ ਲੱਛਣ ਕਥਨ ਕਰਦੇ। ਕਲਯੁਗ 'ਚ ਗੁਰੂ ਕਹੇ ਜੇ ਆ, ਦਰਸ਼ਨ ਦੇਖਿਆ ਦਇਆ ਨਾ ਹੋਏ, ਲਏ ਦਿੱਤੇ ਬਿਨ ਰਹਿ ਨਾ ਕੋਏ। ਜਦ ਚੇਲਾ ਸਾਲ ਜਾਂ 2 ਸਾਲ ਪਿੱਛੋਂ ਗੁਰਾਂ ਦੇ ਦਰਸ਼ਨ ਨੂੰ ਆਉਂਦਾ ਅਤੇ ਖਾਲੀ ਹੱਥੀਂ ਆ ਕੇ ਮੱਥਾ ਟੇਕਦਾ ਤਾਂ ਕੇਵਲ ਦਰਸ਼ਨ ਕਰਨ ਨਾਲ ਹੀ ਗੁਰਾਂ ਦੇ ਮਨ ਵਿੱਚ ਦਇਆ ਨਹੀਂ ਆਉਂਦੀ। ਕਹਿਣ ਤੋਂ ਭਾਵ ਕਿ ਚੇਲੇ ਨੂੰ ਖਾਲੀ ਹੱਥੀਂ ਆਇਆ ਸਮਝ ਕੇ ਗੁਰੂ ਉਹਨੂੰ ਪ੍ਰੇਮ ਭਾਵ ਨਾਲ ਬੁਲਾਉਂਦੇ ਹੀ ਨਹੀਂ। ਕਹਿੰਦੇ ਲੈ ਕੇ ਤਾਂ ਕੁਛ ਆਇਆ ਹੀ ਨਹੀਂ ਨਾਲ, ਨਾ ਹੀ ਜਲ ਪਾਣੀ ਪੁੱਛਦੇ ਨੇ। ਕਲਯੁਗ ਦਾ ਸਮਾਂ ਹੀ ਐਸਾ, ਚਾਹੇ ਗੁਰੂ ਹੋਵੇ ਚਾਹੇ ਸਿੱਖ, ਆਪਸ ਵਿੱਚ ਲਏ ਦਿੱਤੇ ਬਗੈਰ ਕੋਈ ਨਹੀਂ ਰਹਿੰਦਾ। ਲਿਆ ਵੀ ਕੀ ਲਿਆਇਆ ਫਿਰ? ਉਹ ਕਹਿੰਦੇ ਤੁਸੀਂ ਲੰਗਰ 'ਚ ਕੀ ਬਣਾਇਆ? ਜੇ ਤਾਂ ਮੂੰਗੀ ਦੀ ਦਾਲ ਤੇ ਰੋਟੀ ਆ ਫਿਰ ਤਾਂ $1 ਪਾ ਕੇ ਮੁੜ ਜਾਂਦੇ ਆ। ਕਹਿੰਦੇ ਲੰਗਰ 'ਚ ਬਣਾਏ ਕੁਛ ਨਹੀਂ। ਜੇ ਵਧੀਆ ਖਾਣ ਪੀਣ ਦੇ ਭੋਜਨ ਆ, ਕਹਿੰਦੇ ਲੰਗਰ ਵਾਲਿਆਂ ਦਾ ਵੀ ਖਰਚਾ ਖਾਸਾ, $10 ਪਾਓ ਜਾਂ 100 ਰੁਪਈਆ ਪਾਓ। ਇਸ ਪ੍ਰਕਾਰ ਇੱਕ ਦੂਜੇ ਨਾਲ ਵਪਾਰ ਹੀ ਕਰਦੇ ਸਾਰੇ ਜਾਣੇ। ਹੁਣ ਕਲਯੁਗੀ ਰਾਜਿਆਂ ਦੀ ਦਸ਼ਾ ਦੱਸਦੇ ਕਹਿੰਦੇ ਨੇ, ਰਾਜਾ ਨਿਆਉ ਕਰੇ ਹੱਥ ਹੋਏ, ਕਹੈ ਖੁਦਾਏ ਨਾ ਮਾਨੈ ਕੋਏ। ਰਾਜਾ ਹੱਕ ਵਿੱਚ ਤਾਂ ਨਿਆਂ ਕਰਦਾ ਜੇਕਰ ਉਹ ਹੱਥ ਵਿੱਚ ਕੋਈ ਰੁਪਈਆ ਰੱਖੋ, ਰਿਸ਼ਵਤ ਦਿਓ। ਕਹਿੰਦੇ ਵੱਡੀ ਦਿਓ ਪਹਿਲਾਂ। ਜੇਕਰ ਕੋਈ ਕਹੇ ਮੈਂ ਤਾਂ ਗਰੀਬ ਹਾਂ ਜੀ, ਮੇਰੇ ਪਾਸ ਮਾਇਆ ਨਹੀਂ, ਇਸ ਲਈ ਤੁਸੀਂ ਖੁਦਾ ਦੇ ਨਿਮਿੱਤ ਨਿਆਂ ਕਰ ਦਿਓ, ਤਾਂ ਖੁਦਾ ਦਾ ਨਾਮ ਕਹਿਣ ਨਾਲ ਕੋਈ ਨਹੀਂ ਮੰਨਦਾ ਅੱਜ ਕੱਲ੍ਹ। ਉਹ ਨਹੀਂ ਸੁਣਦਾ, ਅਗਲਾ ਕਹਿੰਦਾ ਰੱਬ ਰੱਬ ਘਰੇ ਜਾ ਕੇ ਕਰ, ਇੱਧਰ ਪੈਸੇ ਦੇ ਪਹਿਲਾਂ ਫੇਰ ਕੰਮ ਹੋਊਗਾ। ਮਾਨਸ ਮੂਰਤ ਨਾਨਕ ਨਾਮ, ਕਰਨੀ ਕੁੱਤਾ ਦਰ ਫੁਰਮਾਨ। ਮਹਾਰਾਜ ਕਥਨ ਕਰਦੇ ਕਲਯੁਗੀ ਜੀਵ ਨਾਮ ਮਾਤਰ ਮਨੁੱਖ ਮੂਰਤੀਆਂ ਹੈ, ਕਿਉਂਕਿ ਇਹਨਾਂ ਜੀਵਾਂ ਦੀ ਕਰਨੀ ਕੁੱਤਿਆਂ ਵਾਂਗ ਹੈ। ਜਿਸ ਵੇਲੇ ਬ੍ਰਹਮਾ ਨੇ ਸ੍ਰਿਸ਼ਟੀ ਰਚੀ ਤਾਂ ਮਨੁੱਖਾਂ ਦੀ ਖੱਲ ਅਤੇ ਕੁੱਤਿਆਂ ਦਾ ਮਸਾਲਾ ਵੱਧ ਗਿਆ। ਉਸ ਵੇਲੇ ਉਸ ਮਸਾਲੇ ਨੂੰ ਵਿਅਰਥ ਨਾ ਗਵਾਇਆ ਤੇ ਮਨੁੱਖ ਦੀ ਖੋਪਰੀ ਵਿੱਚ ਭਰ ਦਿੱਤਾ, ਜਿਸ ਤੋਂ ਮਨਮੁਖ ਹੋ ਗਏ। ਇਹ ਪਰਮੇਸ਼ਰ ਦੇ ਦਰ ਦਾ ਫੁਰਮਾਨ ਤੋਂ ਭਾਵ ਹੁਕਮ ਹੈ। ਗੁਰ ਪ੍ਰਸਾਦ ਜਾਣੈ ਮਹਿਮਾਨ, ਤਾਂ ਕਿਛ ਦਰਗਹਿ ਪਾਵੈ ਮਾਨ। ਗੁਰਾਂ ਦੀ ਕਿਰਪਾ ਨਾਲ ਇਹ ਆਪਣੇ ਆਪ ਨੂੰ ਦੁਨੀਆ 'ਚ ਪ੍ਰਾਹੁਣਾ ਜਾਣ ਕੇ ਰਹੇ ਕਿ ਵੀ ਥੋੜੇ ਚੰਦ ਦਿਨ ਹੀ ਰਹਿਣਾ ਦੁਨੀਆ 'ਚ, ਕਿਹੜਾ ਬਹੁਤਾ ਜਿਉਣਾ ਹੈ। ਦਰ ਫੁਰਮਾਨ ਪਰਮੇਸ਼ਰ ਦੇ ਦਰ ਦਾ ਹੁਕਮ ਮੰਨੇ ਤਾਂ ਹੀ ਫਿਰ ਪਰਮਾਤਮਾ ਦੀ ਦਰਗਾਹ ਵਿੱਚ ਕੁਝ ਮਾਣ ਆਦਰ ਪ੍ਰਾਪਤ ਕਰਦਾ। ਇਹ ਨਹੀਂ ਕਿ ਇੱਥੇ ਪੱਕੇ ਮਹਿਲ ਉਸਾਰ ਕੇ ਬਹਿ ਗਿਆ, ਇੱਕ ਦੂਜੇ ਨੂੰ ਪੁੱਛ ਤੂੰ ਪੱਕਾ ਹੋ ਗਿਆ, ਤੂੰ ਪੱਕਾ ਹੋ ਗਿਆ। ਪੱਕੇ ਤਾਂ ਉਦੋਂ ਮੰਨਾਂਗੇ ਜਦ ਇੱਥੇ ਪੱਕੇ ਸਦਾ ਲਈ ਰਹਾਂਗੇ। ਧਰਤੀ ਨਹੀਂ ਪੱਕੀ, ਅਸਮਾਨ 'ਚ ਤਾਰੇ ਨਹੀਂ ਪੱਕੇ, ਇਹ ਤਾਂ ਪਰਲੋਂ ਆ ਜਾਣੀ, ਸਭ ਖਤਮ ਹੋ ਜਾਣਾ। ਕਿੱਥੇ ਪੱਕਾ ਕੋਈ? ਪੱਕਾ ਵਾਹਿਗੁਰੂ ਹੈ, ਪੱਕੇ ਨਾਲ ਹੀ ਜੁੜੀਏ। ਨਾਨਕ ਕੱਚੜਿਆਂ ਸਿਉ ਤੋੜ, ਢੂੰਡ ਸੱਜਣ ਸੰਤ ਪੱਕਿਆਂ। ਉਹ ਜੀਵਨ ਦੇ ਵਿਛੜੈ, ਉਹ ਮੋਇਆ ਨਾ ਜਾਹੀ ਛੋੜ। ਸੋ ਇਸ ਪ੍ਰਕਾਰ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ। ਸੋ 350 ਅੰਗ ਤੱਕ ਇਹ ਚੌਥਾ ਸ਼ਬਦ ਆਪਾਂ ਆਸਾ ਰਾਗ ਦੇ ਪ੍ਰਾਰੰਭ ਤੋਂ ਲੈ ਕੇ ਸ਼ਰਵਣ ਕੀਤਾ। ਫਿਰ ਸਤਿਗੁਰੂ ਕਿਰਪਾ ਕਰਨਗੇ, ਸ਼ਬਦ ਸ਼ਰਵਣ ਕਰਾਂਗੇ। ਧੰਨ ਗੁਰੂ ਨਾਨਕ ਦੇਵ ਜੀ ਆਪ ਕਿਰਪਾ ਕਰ ਰਹੇ, ਸੱਚੇ ਪਾਤਸ਼ਾਹ ਸਿਰ ਤੇ ਮਿਹਰ ਭਰਿਆ ਹੱਥ ਰੱਖ ਰਹੇ ਨੇ। ਇਸੇ ਪ੍ਰਕਾਰ ਸਤਿਗੁਰੂ ਹੱਥ ਰੱਖਣ ਸਿਰ ਤੇ, ਚੜ੍ਹਦੀ ਕਲਾ ਵਿੱਚ ਕਥਾ ਕਰਾਉਣ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।